ਮਾਂ ਦਾ ਦਿਲ ਹੀ ਪੁੱਤ ਤੇ ਔਗਣ ਚਰ ਸਕਦਾ, ਮਾਂ ਵਾਂਗੂ ਕੌਣ ਮਾਫ ਹੈ ਕਰ ਸਕਦਾ। ਬੜੀ ਸੋਹਣੀ ਰੋਂਦਿਆਂ ਵੇਖ ਸ਼ਰੀਕ ਵੀ ਬੂਹਾ ਢੋ ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋ ਲੈਂਦੇ। ਮਾਵਾਂ ਵਰਗੀਆਂ ਥਾਵਾਂ ਨਹੀਂ ਕੋਈ ਲੈ ਸਕਦਾ, ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਸਕਦਾ। ਨੈਣਾ ਵਿੱਚੋਂ ਨਦੀ ਹੰਝੂਆਂ ਦੀ ਵਗਦੀ ਹੈ, ਮਾਵਾਂ ਵਾਜੋਂ ਦੁਨੀਆ ਸੁੰਨੀ ਲੱਗਦੀ ਹੈ। ਮਾਵਾਂ ਵਾਜੋਂ ਦੁਨੀਆ ਸੁੰਨੀ ਲੱਗਦੀ ਹੈ। ਮਾਵਾਂ ਦੇ ਕਾਂ ਵੀ ਟੁਕੜੇ ਖੋ ਲੈਂਦੇ। ਇਹ ਬਚਪਨ ਤੋਂ ਹੀ ਮੰਦਬੁੱਧੀ ਸੀਗੇ। ਪਹਿਲਾਂ ਇਹਨਾਂ ਦੇ ਮਾਂ-ਬਾਪ ਇਹਨਾਂ ਦੀ ਕੇਅਰ ਕਰਦੇ ਸੀ, ਤਾਂ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਇਹਨਾਂ ਦੇ ਬ੍ਰਦਰ ਤੇ ਭਾਬੀ ਸੀ, ਛੜਾ ਕੇ ਤੇ ਮਤਲਬ ਇਹਨਾਂ ਨੂੰ ਇਕੱਲੇ ਛੱਡ ਕੇ ਚਲੇ ਗਏ। ਦੱਸਦੇ ਹੋਏ ਵੀ ਸ਼ਰਮ ਆਉਂਦੀ ਆ ਵੀ ਤੇ ਉਹਨਾਂ ਦੇ ਬਦੌਲਤ 2 ਵਾਰੀ ਪ੍ਰੈਗਨੈਂਟ ਹੋ ਚੁੱਕੀ। ਤੁਹਾਨੂੰ ਨਹੀਂ ਲੱਗ ਰਿਹਾ ਕਿ 17,000 ਵੋਟ ਹੋਣ ਦੇ ਬਾਵਜੂਦ ਵੀ ਜੇਕਰ ਇੱਕ ਵੋਟ ਵੀ 100 ਰੁਪਇਆ ਦਿੰਦੀ ਹੈ ਤਾਂ 17,000 ਰੁਪਇਆ ਹੋ ਜਾਂਦਾ ਬਿਲਕੁਲ ਬਿਲਕੁਲ ਭਾਜੀ। ਇੱਕ ਗੱਲ ਹੈ, ਜਿਹੜਾ ਸਾਡਾ ਸਮਾਜ ਆ ਆਪਣੇ ਲੋਕਾਂ ਲਈ ਇੰਨਾ ਕੁ ਚਤੰਨ ਹੋਵੇ ਜਾਂ ਇੰਨਾ ਕੁ ਜ਼ਿੰਮੇਵਾਰ ਹੋਵੇ ਤੇ ਇਦਾਂ ਦੇ ਆਸ਼ਰਮਾਂ ਦੀ ਲੋੜ ਪੈਣੀ ਨਹੀਂ ਚਾਹੀਦੀ। ਪਿੰਡ ਵਾਲੇ ਦੱਸਿਆ ਵੀ ਇਸ ਨੂੰ 2 ਵਾਰ ਪ੍ਰੈਗਨੈਂਟ। ਬਿਲਕੁਲ ਜੀ, ਬਿਲਕੁਲ ਔਨ ਰਿਕਾਰਡ ਮੇਰੇ ਕੋਲ ਹੈ ਇਹ ਸਭ ਕੁਝ। ਮਤਲਬ ਜਿਹੜੇ ਲੋਕਾਂ ਨੇ ਆਪਣੀ ਸਟੇਟਮੈਂਟ ਦਿੱਤੀ ਉਹਨਾਂ ਨੇ ਦੱਸਿਆ ਮਾਵਾਂ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਤੇ ਇਹ ਹਾਲਾਤ ਦੀ ਆਪਣੀ ਮਰਜ਼ੀ ਨਾਲ ਤਾਂ ਹੈ ਨਹੀਂ, ਤੇ ਕੱਲ ਨੂੰ ਵੀ ਉਹਨਾਂ ਦੇ ਵੀ ਹੋ ਸਕਦੇ ਆ। ਠੀਕ ਹੈ, ਇਹਨੂੰ ਤਾਂ ਸ਼ਾਇਦ ਇਹ ਆਸ਼ਰਮ ਮਿਲ ਗਿਆ, ਉਹਨਾਂ ਨੂੰ ਤਾਂ ਸ਼ਾਇਦ ਉਹ ਆਸ਼ਰਮ ਨਾ ਮਿਲੇ। ਫਿਰ ਇਹਨਾਂ ਦੀ ਬਾਂਹ ਟੁੱਟ ਗਈ ਦੇਖੋ, ਠੀਕ ਹੈ, ਤਾਂ ਕਿਸੇ ਨੇ ਇਲਾਜ ਨਹੀਂ ਕਰਾਇਆ, ਆਪਣੇ ਆਪ ਹੀ ਜੁੜੀ ਹੈ। ਬੱਚੇ ਕੀ ਕਰਦੇ ਸਾਡੇ ਬੱਚਿਆਂ ਦਾ ਨਾਮ? ਬੱਚੇ ਤਿੰਨ ਸੀ, ਤਿੰਨੇ ਮਰ ਗਏ। ਮਾਵਾਂ ਬਾਝੋਂ ਦੁਨੀਆ ਸੁਣੀ ਲੱਗਦੀ ਐ। ਤੁਹਾਡੇ ਰੌਂਗ ਤੇ ਖੜੇ ਕਰਦੇ ਹੁਣ ਕੋਈ ਐਸੀ ਮਾਂ? ਜੀ ਸਰਤਾਜ ਦਾ ਇੱਕ ਗਾਣਾ ਹੈਗਾ ਨਾ ਵੀ ਦਿਲ ਪਹਿਲਾਂ ਜਿਹਾ ਨਹੀਂ ਰਿਹਾ ਹੁਣੇ ਕਠੋਰ ਹੋ ਗਿਆ। ਠੀਕ ਹੈ, ਦਿਲ ਪਹਿਲਾਂ ਜਾ ਨਹੀਂ ਰਿਹਾ ਇਹ ਕਠੋਰ ਹੋ ਗਿਆ। ਇਹ ਆਉਂਦੇ ਆ ਨਾ ਮੈਂਟਲੀ ਪਰੇਸ਼ਾਨ ਹੁੰਦੇ ਆ ਕਿਉਂਕਿ ਉਦੋਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਸੁੱਤੇ ਨਹੀਂ ਹੁੰਦੇ ਹਨਾ, ਉਦੋਂ ਇਹਨਾਂ ਦੀ ਅਵਸਥਾ ਇਦਾਂ ਦੀ ਹੁੰਦੀ ਹੈ। ਪਰ ਪਰਮਾਤਮਾ ਦੀ ਮਿਹਰ ਦੇ ਨਾਲ ਸ਼ਾਇਦ ਇਸ ਜਗ੍ਹਾ ਦੇ ਵਿੱਚ ਏਡੀ ਕੁ ਸਪਿਰਚੁਅਲ ਪਾਵਰ ਹੈਗੀ ਹੈ ਵੀ ਇਸ ਗੇਟ ਦੇ ਅੰਦਰ ਆਉਣ ਸਾਰੇ ਇਹਨਾਂ ਨੂੰ ਇਹ ਇੱਕ ਆਪਣਾ ਭਾਵ ਲੱਗਦਾ। ਪਿੰਡ ਦਾ ਨਾਂ ਲੈਂਦੀ ਹੈ ਖੇੜਾ, ਹੁਣ ਇੱਕ ਪਤਾ ਨਹੀਂ ਇਹ ਖੇੜਾ ਕਿੱਥੇ ਪੈਂਦਾ। ਮਾਂ ਦਾ ਦਿਲ ਹੀ ਪੁੱਤ ਤੇ ਔਗਣ ਚਰ ਸਕਦਾ। ਦਿਲ 'ਚ ਤਾਂ ਜਗ੍ਹਾ ਦਿੱਤੀ ਹੈ, ਛੱਤ ਦਿੱਤੀ ਹੈ, ਦਿਲ 'ਚ ਵੀ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਂਦਿਆਂ ਵੇਖ ਸ਼ਰੀਕ ਵੀ ਬੂਹਾ ਢੋ ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋ ਲੈਂਦੇ। ਮਾਵਾਂ ਵਰਗੀਆਂ ਥਾਵਾਂ ਨਹੀਂ ਕੋਈ ਲੈ ਸਕਦਾ, ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਸਕਦਾ। ਨੈਣਾ ਵਿੱਚੋਂ ਨਦੀ ਹੰਝੂਆਂ ਦੀ ਵਗਦੀ ਹੈ, ਮਾਵਾਂ ਵਾਜੋਂ ਦੁਨੀਆ ਸੁੰਨੀ ਲੱਗਦੀ ਹੈ। ਮਾਵਾਂ ਵਾਜੋਂ ਦੁਨੀਆ ਸੁੰਨੀ ਲੱਗਦੀ ਹੈ। ਅੱਜ ਅਸੀਂ ਲੁਧਿਆਣੇ ਦੇ ਲਾਡੋਵਾਲ ਦੇ ਨੇੜੇ ਪਹੁੰਚੇ ਹਾਂ, ਜਿੱਥੇ ਕਿੱਥੇ ਪਹੁੰਚੇ ਹਾਂ ਤੁਹਾਨੂੰ ਦੱਸ ਦਿੰਦੇ ਕਿ ਮਾਵਾਂ ਦੇ ਆਸ਼ਰਮ। ਇੱਕ ਵਾਰੀ ਫਿਰ ਤੋਂ ਰਿਪੀਟ ਕਰਦੇ ਹਾਂ, ਮਾਵਾਂ ਦੇ ਆਸ਼ਰਮ। ਉਹ ਮਾਵਾਂ ਜਿਨ੍ਹਾਂ ਨੇ ਸੂਰਬੀਰ ਯੋਧਿਆਂ, ਗੁਰੂਆਂ, ਪੀਰਾਂ, ਪੈਗੰਬਰਾਂ ਨੂੰ ਜਨਮ ਦਿੱਤਾ। ਅੱਜ ਉਹ ਮਾਵਾਂ ਦੇ ਤੁਹਾਨੂੰ ਦਰਦ ਦਿਖਾਵਾਂਗੇ, ਉਸ ਮਾਵਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਇੱਕ ਆਸ਼ਰਮ 'ਤੇ ਤੁਹਾਨੂੰ ਝਲਕੀਆਂ ਵੀ ਦਿਖਾਵਾਂਗੇ ਕਿ ਇੱਥੇ ਆਸ਼ਰਮ ਬਣਿਆ ਹੋਇਆ, ਮਾਵਾਂ ਦਾ ਆਸ਼ਰਮ। ਸਭ ਤੋਂ ਪਹਿਲਾਂ ਆਸ਼ਰਮ ਦੀਆਂ ਝਲਕੀਆਂ ਦਿਖਾਉਣ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਿਹੜੇ ਫਾਊਂਡਰ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਡਾਕਟਰ ਰਣਦੀਪ ਸਿੰਧੂ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਵੇਂ ਵੇਖ ਰਹੇ ਹੋ ਇਸ ਸਾਰੇ ਆਸ਼ਰਮ ਨੂੰ? ਪਹਿਲਾਂ ਤਾਂ ਇਹ ਦੱਸੋ ਤੁਸੀਂ ਰਹਿਣ ਵਾਲੀ ਕਿੱਥੋਂ ਨੇ? ਮੈਂ ਲੁਧਿਆਣੇ ਦੀ ਹੋਈ ਰਹਿਣ ਵਾਲੀ ਹਾਂ ਜੀ। ਜੀ। ਮੇਰੀ ਰਿਹਾਇਸ਼ ਇਸ ਆਸ਼ਰਮ ਤੋਂ 15 ਮਿੰਟ ਦੀ ਦੂਰੀ ਤੇ ਆ, ਤੇ ਬਾਕੀ ਮੇਰੀ ਹੋਈ ਇਹ ਦੁਨੀਆ ਮੇਰਾ ਪਰਿਵਾਰ ਹੈ ਜੀ। ਤੁਹਾਡੇ ਨਾਮ ਦੇ ਮੂਹਰੇ ਡਾਕਟਰ ਲੱਗਦਾ ਜੀ। ਮੈਂ ਪੇਸ਼ੇ ਵਜੋਂ ਆਯੁਰਵੈਦਿਕ ਡਾਕਟਰ ਹਾਂ। ਆਯੁਰਵੈਦ ਦਾ ਜੀ। ਡਾਕਟਰ। ਕਿੰਨਾ ਟਾਈਮ ਡਾਕਟਰ ਲਾਈਨ ਵਿੱਚ ਰਹੇ? ਬਹੁਤ ਟਾਈਮ ਤੋਂ ਆ, ਹੁਣ ਤਾਂ ਰਿਟਾਇਰਮੈਂਟ ਮੋੜ ਤੇ ਆ। ਇੱਧਰ ਨੂੰ ਕਿਵੇਂ ਸੇਵਾ ਲਈ ਨੂੰ ਮਨ ਪਿਆ? ਦੇਖੋ, ਸਿੱਖ ਧਰਮ ਦੇ ਵਿੱਚ ਵਿਰਾਸਤ ਦੇ ਵਿੱਚ ਜਿਹੜੀ ਸੇਵਾ ਭਾਵਨਾ ਭਾਈ ਕਨ੍ਹਈਆ ਜੀ ਤੋਂ ਸਾਡੇ ਗੁਰੂਆਂ ਤੋਂ ਮਿਲਦੀ ਹੈ, ਤਾਂ ਉਹ ਮਤਲਬ ਜਦੋਂ ਅਸੀਂ ਬਰਥ ਲੈਂਦੇ ਉਦੋਂ ਹੀ ਉਹ ਸਾਰੀਆਂ ਭਾਵਨਾਵਾਂ ਤਾਂ ਹੁੰਦੀਆਂ, ਪਰ ਅਸੀਂ ਜ਼ਿੰਦਗੀ ਦੇ ਵਿੱਚ ਬਾਕੀ ਰੁਝੇਵਿਆਂ ਜੁਲਝੇ ਹੁੰਦੇ ਆ। ਠੀਕ ਹੈ, ਜ਼ਿੰਮੇਵਾਰੀਆਂ ਜੁਲਝੇ ਹੁੰਦੇ ਆ, ਤੇ ਉਦੋਂ ਟਾਈਮ ਨਹੀਂ ਕੱਢ ਪਾਉਂਦੇ। ਤਾਂ ਹੁਣ ਮੈਨੂੰ ਲੱਗਦਾ ਵੀ ਉਮਰ ਦਾ ਜਿਹੜਾ ਢਲਦਾ ਪੜਾ, ਹੁਣ ਅਗਲੇ ਘਰ ਦੀ ਤਿਆਰੀ ਹੋ ਰਹੀ ਹੈ ਤੇ ਰੱਬ ਨੂੰ ਵੀ ਜਾ ਕੇ ਜਵਾਬ ਦੇਣਾ, ਤੇ ਇਸ ਕਰਕੇ ਮੈਨੂੰ ਇਹ ਲੱਗਿਆ ਵੀ ਮੈਨੂੰ ਇਹਨਾਂ ਮਾਵਾਂ ਲਈ ਵੀ ਕੁਝ ਕਰ ਲੈਣਾ ਚਾਹੀਦਾ। ਫੈਮਿਲੀ ਦੇ ਵਿੱਚ ਕੌਣ ਕੌਣ ਹੈ? ਸਾਰੀ ਫੈਮਿਲੀ ਹੈ ਜੀ, ਫੈਮਿਲੀ ਦੀ ਪੂਰੀ ਸਪੋਰਟ ਹੈ।
ਜੀ ਜੀ ਇੱਥੇ ਵੀ ਫੈਮਿਲੀ ਆਂਦੀ ਤੁਹਾਡੇ ਬੱਚੇ ਜਾਂ ਤੁਹਾਡੇ? ਬਿਲਕੁਲ ਬਿਲਕੁਲ ਪੂਰੀ ਫੈਮਿਲੀ ਆਉਂਦੀ ਹੈ ਜੀ, ਕੋਈ ਮਤਲਬ ਉਹਨਾਂ ਦੀ ਸਪੋਰਟ ਤੋਂ ਬਿਨਾਂ ਤਾਂ ਪੋਸੀਬਲ ਹੀ ਨਹੀਂ। ਜੀ ਹਸਬੰਡ ਤੁਹਾਡੇ ਕੀ ਕਰਦੇ? ਉਹ ਵੀ ਡਾਕਟਰ ਹੈ ਜੀ। ਉਹ ਵੀ ਡਾਕਟਰ? ਉਹ ਡਾਕਟਰੀ ਲਾਈਨ ਦੇ ਵਿੱਚ ਲੱਗੇ ਹੋਏ ਆ ਜਾਂ ਉਹ ਵੀ? ਨਹੀਂ, ਉਹ ਵੀ ਰਿਟਾਇਰਮੈਂਟ ਮੋਡ ਤੇ ਹੈ ਜੀ। ਜੀ ਉਹ ਵੀ ਇੱਥੇ ਗੇੜਾ ਮਾਰਦੇ ਆ? ਬਿਲਕੁਲ ਮਾਰਦੇ ਆ ਜੀ, ਟਾਈਮ ਉਹ ਮੈਨੂੰ ਕੱਢਣ ਦਿੰਦੇ ਆ ਤੇ ਇਸੇ ਕਰਕੇ ਤੇ ਪੋਸੀਬਲ ਹੋ ਪਾਉਂਦਾ। ਜੀ ਫਿਰ ਜਿਹੜੀਆਂ ਮਾਮਾ ਇਹ ਫਿਰ ਤੁਸੀਂ ਇੱਥੇ ਲੈ ਕੇ ਆਉਂਦੇ ਹੋ ਜਾਂ ਤੁਹਾਨੂੰ ਕਿਤੇ ਫੋਨ ਆਉਂਦਾ ਵੀ ਉੱਥੋਂ ਲੈ ਕੇ ਜਾਂਦੇ ਹੋ? ਨਹੀਂ, ਐਕਚੁਅਲ ਦੇ ਵਿੱਚ ਇਹਦੇ 'ਚ ਦੋ ਚੀਜ਼ਾਂ ਹੋ ਜਾਂਦੀਆਂ। ਜੇ ਫੋਨ ਆਉਂਦਾ ਸੀ ਕਿਸੇ ਨੂੰ ਕਹਿੰਨੇ ਵੀ ਛੱਡ ਕੇ ਜਾਓ ਤਾਂ ਉਹਦੇ ਵਿੱਚ ਕਈ ਗਲਤ ਕੇਸ ਵੀ ਆ ਜਾਂਦੇ ਆ, ਤਾਂ ਫਿਰ ਇਸ ਵਜ੍ਹਾ ਕਰਕੇ ਸਾਨੂੰ ਖੁਦ ਨਹੀਂ ਜਾਣਾ ਪੈਂਦਾ, ਕਿਉਂਕਿ ਕੇਸ ਨੂੰ ਵੈਰੀਫਾਈ ਕਰਕੇ ਮਤਲਬ ਜਿਹੜਾ ਜੈਨੂਇਨ ਕੇਸ ਹੈ ਜਿਹਨੂੰ ਐਕਚੁਅਲ ਦੇ ਵਿੱਚ ਸਾਡੀ ਲੋੜ ਹੈਗੀ ਤਾਂ ਅਸੀਂ ਉਸੇ ਕੇਸ ਨੂੰ ਹੀ ਲੈ ਕੇ ਆਉਂਦੇ। ਜੀ ਜਿਹੜੀਆਂ ਇੱਥੇ ਮਾਮਾ ਬੈਠੀਆਂ ਇਹਨਾਂ ਦੇ ਕੁਝ ਅਜਿਹਾ ਵੀ ਤੁਹਾਨੂੰ ਇਹਨਾਂ ਬਾਰੇ ਬੈਕਗ੍ਰਾਉਂਡ ਵੀ ਇਹਨਾਂ ਦੀ ਪਤਾ ਹੋਊਗਾ ਕਿ ਕਿੱਥੋਂ ਦੇ ਰਹਿਣ ਵਾਲੇ ਜਾਂ ਇਹਨਾਂ ਦੇ ਪੁੱਤਰ? ਬਿਲਕੁਲ, ਦੇਖੋ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਇੱਕ ਕਹਾਣੀ ਹੈ। ਇਹਨਾਂ ਦੀ ਇੱਕ ਮਾਂ ਦੇ ਪਿੱਛੇ ਆਪਣੀ ਆਪਣੀ ਇੱਕ ਕਹਾਣੀ ਛੁਪੀ ਹੋਈ ਹੈ ਨਾ। ਇਹਨਾਂ ਦਾ ਦਰਦ ਛੁਪਿਆ ਹੋਇਆ, ਕਿੱਦਾਂ ਪਰਿਵਾਰ ਵੱਲੋਂ ਦੁਰਕਾਰੀਆਂ ਗਈਆਂ, ਜਾਂ ਕਈ ਮਾਵਾਂ ਇਦਾਂ ਦੀਆਂ ਜਿਨ੍ਹਾਂ ਦੇ ਪਰਿਵਾਰਾਂ 'ਚ ਕੋਈ ਹੈ ਹੀ ਨਹੀਂ, ਸੰਭਾਲਣ ਵਾਲਾ ਹੀ ਨਹੀਂ, ਹਸਬੈਂਡ ਦੀ ਡੈਥ ਹੋ ਗਈ, ਬੱਚਿਆਂ ਦੀ ਡੈਥ ਹੋ ਗਈ। ਔਰ ਸਾਡੀਆਂ ਮਾਵਾਂ ਜਿਹੜੀਆਂ ਹੈਗੀਆਂ ਉਹ ਵਿਚਾਰੀਆਂ ਕਦੇ ਪਹਿਲਾਂ ਆਪਣੇ ਬਾਰੇ ਜਦੋਂ ਜ਼ਿੰਦਗੀ ਦੇ ਵਿੱਚ ਹੁੰਦੀਆਂ, ਮਤਲਬ ਸਾਰੇ ਪਰਿਵਾਰ ਦੀ ਦੇਖਭਾਲ ਕਰਦੀਆਂ, ਉਦੋਂ ਕਦੇ ਇਹ ਸੋਚਦੀਆਂ ਨਹੀਂ ਵੀ ਜ਼ਿੰਦਗੀ ਦੇ ਵਿੱਚ ਇਹ ਮੁਕਾਮ ਵੀ ਸਾਡਾ ਆਉਣਾ, ਇਹ ਪੜਾਅ ਵੀ ਆਉਣਾ, ਅਸੀਂ ਕਦੇ ਇਕੱਲੇ ਰਹਿ ਜਾਵਾਂਗੇ, ਕੋਈ ਸੇਵਿੰਗ ਕੀਤੀ ਜਾਂ ਕੋਈ ਪ੍ਰਾਪਰਟੀ, ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ। ਤਾਂ ਫਿਰ ਉਹਦੀ ਵਜ੍ਹਾ ਕਰਕੇ ਜਿਹੜੇ ਸਕੇ ਸੰਬੰਧੀ ਹੁੰਦੇ ਉਹ ਵੀ ਮੂੰਹ ਮੋੜ ਲੈਂਦੇ। ਮਾਂ ਘਰ ਦੀ ਕੁੰਜੀ ਹੁੰਦੀ ਹੈ ਤੇ ਕੁੰਜੀ ਤੋਂ ਬਿਨਾਂ ਘਰ ਸੁੰਨਾ ਸੁੰਨਾ ਲੱਗਦਾ। ਜਿਹੜੇ ਮਾਂ ਨੂੰ ਪੁੱਤ ਵੀ ਕਈਆਂ ਦੇ ਜਿਉਂਦੇ ਹੋਣਗੇ ਇਹਨਾਂ ਮਾਵਾਂ ਦੇ ਜਿਹੜੇ ਇੱਥੇ ਛੱਡ ਕੇ ਗਏ? ਨਹੀਂ, ਛੱਡ ਕੇ ਨਹੀਂ ਜਾਂਦੇ। ਮੈਂ ਤੁਹਾਨੂੰ ਪਹਿਲਾਂ ਦੱਸਿਆ, ਮਤਲਬ ਛੱਡ ਕੇ ਜਾਣ ਲਈ ਤਾਂ ਅੱਜ ਕੱਲ੍ਹ ਦਾ ਜ਼ਮਾਨਾ ਇੱਦਾਂ, ਮੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ। ਮਤਲਬ ਬੜੇ ਸਾਰੇ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਇਹ ਕਹਿੰਦੇ ਜੀ ਅਸੀਂ ਆਪਣੀ ਮਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਪਰ ਉਹ ਕਰਾਉਣਾ ਨਹੀਂ ਚਾਹੁੰਦੀ। ਦੇਖੋ ਸ਼ਬਦਾਂ ਦਾ ਹੇਰ ਫੇਰ ਇਦਾਂ ਦਾ ਵੀ ਹੋ ਜਾਂਦਾ। ਤੇ ਜਾਂ ਫਿਰ ਕਈ ਭਲੇ ਪੁਰਸ਼ ਇਦਾਂ ਦੇ ਵੀ ਹੈਗੇ ਜਿਹੜੇ ਫੋਨ ਕਰਨਗੇ, ਅਸੀਂ ਨਾ ਮਹੀਨਾ 2 ਮਹੀਨੇ ਲਈ ਆਪਣੀ ਮਾਤਾ ਨੂੰ ਤੁਹਾਡੇ ਆਸ਼ਰਮ 'ਚ ਛੱਡਣਾ, ਅਸੀਂ ਉਹਨਾਂ ਦਾ ਮਾਹੌਲ ਚੇਂਜ ਕਰਨਾ ਚਾਹੁੰਦੇ ਹਾਂ। ਤੇ ਮੈਂ ਉਹਨਾਂ ਨੂੰ ਇਹ ਪੁੱਛਦੀ, ਜਦੋਂ ਤੁਸੀਂ ਖੁਦ ਦਾ ਮਾਹੌਲ ਚੇਂਜ ਕਰਨਾ ਹੁੰਦਾ ਉਦੋਂ ਤੁਸੀਂ ਆਸ਼ਰਮ 'ਚ ਜਾਂਦੇ ਹੋ ਜਾਂ ਸ਼ਿਮਲੇ ਡਲਹੌਜੀ ਜਾਂਦੇ ਹੋ? ਠੀਕ ਹੈ, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਮਾਂ ਨੂੰ ਵੀ ਕੋਈ ਚੇਂਜ ਮਿਲੇ, ਉਹ ਇਸ ਮਾਹੌਲ 'ਚੋਂ ਬਾਹਰ ਨਿਕਲੇ, ਤਾਂ ਉਹਦੀ ਪਸੰਦ ਦੀ ਕਿਸੇ ਜਗ੍ਹਾ 'ਤੇ ਭੇਜੋ। ਇਹ ਤਾਂ ਉਹ ਵਿਚਾਰੀਆਂ ਹੈਗੀਆਂ ਜਿਨ੍ਹਾਂ ਦਾ ਘਰ ਘਾਟ ਹੀ ਕੋਈ ਨਹੀਂ ਹੈਗਾ, ਹੈ ਨਾ। ਤਾਂ ਮਤਲਬ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਕਈਆਂ ਦੇ ਬਿਲਕੁਲ ਕਈਆਂ ਦੇ ਬੇਟੇ ਹੈਗੇ ਆ, ਪਰਿਵਾਰ ਹੈਗੇ ਆ, ਔਰ ਉਹ ਹੋਣ ਦੇ ਬਾਵਜੂਦ ਵੀ ਉਹ ਰੋਡ ਤੇ ਸੀਗੀਆਂ, ਮਤਲਬ ਘਰ 'ਚ ਉਹਨਾਂ ਦੇ ਲਈ ਜਗ੍ਹਾ ਨਹੀਂ। ਇੱਦਾਂ ਦੀਆਂ ਮਾਵਾਂ ਵੀ ਹੈਗੀਆਂ ਜਿਨ੍ਹਾਂ ਨੇ 6 ਬੱਚੇ ਪਾਲੇ ਆ। ਇੱਕ ਮਾਂ ਨੇ ਇਕੱਲੀ ਨੇ 6 ਬੱਚਿਆਂ ਨੂੰ ਪਾਲਿਆ, ਪਰ 6 ਬੱਚੇ ਰਲ ਕੇ ਮਾਂ ਨੂੰ ਨਹੀਂ ਰੱਖ ਸਕਦੇ। ਜੀ ਅਕਸਰ ਜੇਕਰ ਆਪਾਂ ਬੱਸਾਂ ਵਿੱਚ ਸਕੂਲਾਂ ਵਿੱਚ ਲਿਖਿਆ ਹੁੰਦਾ ਕਿ ਮਾਂ 6 ਬੱਚੇ ਪਾਲ ਰਹੀ ਪਰ 6 ਬੱਚੇ ਤੇ ਕਮਾਲ ਰਿਐਲਿਟੀ ਹੈ। ਸਾਡੇ ਕੋਲ ਇੱਕ ਮਾਤਾ ਜੀ ਹੈਗੇ ਇੱਥੇ ਪਿੱਛੇ, ਮੈਂ ਤੁਹਾਨੂੰ ਮਿਲਾਉਣੀ ਹਾਂ, ਡੇਲੋ ਪਿੰਡ ਤੋਂ ਆ। ਮਤਲਬ ਇੱਕ ਅੱਛੀ ਖਾਸੀ ਫੈਮਿਲੀ ਨੂੰ ਬਿਲੋਂਗ ਕਰਦੇ। ਉਹਨਾਂ ਦੇ 4 ਬੇਟੇ 2 ਬੇਟੀਆਂ, ਮਤਲਬ 4 ਬੇਟੇ ਸੀ, ਠੀਕ ਹੈ। ਹੁਣ ਤਾਂ ਵਿੱਚੋਂ 2 ਦੀ ਡੈਥ ਹੋ ਚੁੱਕੀ ਹੈ, ਪਰ ਪੋਤੇ ਆ, ਜਵਾਨ ਆ, ਮਤਲਬ ਆਪਣਾ ਬਿਜ਼ਨਸ ਸੰਭਾਲਦੇ ਆ, ਅੱਛੀ ਖਾਸੀ ਫੈਮਿਲੀ, ਵੈਲ ਸੈਟਲਡ। ਤੇ ਉਹ ਹੋਣ ਦੇ ਬਾਵਜੂਦ ਵੀ ਉਹ ਮਾਤਾ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੇ ਪਿਛਲੇ 1.5-2 ਸਾਲ ਤੋਂ। ਤੇ ਸਾਨੂੰ ਉਹਨਾਂ ਦੇ ਬਾਰੇ 'ਚ ਇਨਫੋਰਮ ਜਿਹੜਾ ਕੀਤਾ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕੀਤਾ ਜੀ, ਠੀਕ ਹੈ। ਕਿਉਂਕਿ ਉਹ ਕਹਿੰਦੇ ਜੀ ਅਸੀਂ ਇਹਨਾਂ ਦੀ ਜਿਹੜੀ ਰੋਟੀ ਦੀ ਜ਼ਰੂਰਤ ਆ ਉਹ ਤਾਂ ਪੂਰੀ ਕਰ ਸਕਦੇ ਹਾਂ, ਪਰ ਬਾਕੀ ਚੀਜ਼ਾਂ ਜਿਵੇਂ ਹੁਣ ਇਹਨਾਂ ਦੇ ਨਹਾਉਣ ਦਾ ਕੋਈ ਬੰਦੋਬਸਤ ਨਹੀਂ, ਠੀਕ ਹੈ, ਇਹਨਾਂ ਦੇ ਕੱਪੜਿਆਂ ਦਾ ਕੋਈ ਬੰਦੋਬਸਤ ਨਹੀਂ, ਇਹ ਬਿਮਾਰ ਠਮਾਰ ਹੋ ਗਏ ਕਿਉਂਕਿ ਹੁਣ ਉਹ ਇੰਨੇ ਕੁ ਕਮਜ਼ੋਰ ਅੱਜ ਦੀ ਡੇਟ 'ਚ ਉਹਨਾਂ ਦੇ ਡਾਈਪਰ ਲੱਗਦਾ ਜੀ, ਠੀਕ ਹੈ। ਟਾਇਲਟ ਬਾਥਰੂਮ ਕਮਜ਼ੋਰੀ ਹੋ ਜਾਂਦੀ ਹੈ, ਸਰੀਰ ਨੂੰ ਪਤਾ ਹੀ ਨਹੀਂ ਲੱਗਦਾ। ਤੇ ਇਹਦੇ 'ਚ ਉਹਨਾਂ ਦਾ ਤਾਂ ਕੋਈ ਦੋਸ਼ ਨਹੀਂ ਨਾ, ਤੇ ਮਾਂ ਵੀ ਤਾਂ ਉਹਨਾਂ ਦੀ ਗੰਦਗੀ ਸਾਫ਼ ਕਰਦੀ ਸੀ। ਬਿਲਕੁਲ ਜੀ ਬਿਲਕੁਲ, ਠੀਕ ਹੈ। ਇੱਕ ਮਾਂ ਨੇ 6 ਬੱਚਿਆਂ ਦੀ ਸਾਫ਼ ਕੀਤੀ ਤਾਂ ਉਹਨੂੰ ਕੋਈ ਤਕਲੀਫ ਨਹੀਂ ਹੋਈ, ਤੇ ਅੱਜ ਉਹਨਾਂ ਬੱਚਿਆਂ ਨੂੰ ਉਸੇ ਮਾਂ ਨੂੰ ਸੰਭਾਲ, ਕਿਉਂਕਿ ਦੇਖੋ ਜਿਹੜਾ ਉਹਨਾਂ ਦਾ ਬੇਟਾ ਤੇ ਜਿਹੜਾ ਉਹਨਾਂ ਦਾ ਪੋਤਰਾ, ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਹੀ ਜਵਾਬ ਦਿੱਤਾ ਵੀ ਅਸੀਂ ਨਹੀਂ ਰੱਖਣਾ। ਤੇ ਮੈਂ ਉਹਨਾਂ ਦੀ ਬੇਟੀ ਨੂੰ ਕਿਹਾ ਵੀ ਤੁਸੀਂ ਰੱਖ ਲਓ, ਤਾਂ ਉਹ ਅੱਗੋਂ ਕਹਿੰਦੀ ਜੀ ਇਹ ਟਾਇਲਟ ਬਾਥਰੂਮ ਕਰ ਲੈਂਦੇ, ਤੇ ਮੈਂ ਬਹੁਤ ਪਰੇਸ਼ਾਨ ਹੁੰਦੀ ਹਾਂ। ਘੱਟ ਜੀ, ਜੇ ਉਹ ਮਿਲਣ ਜੋਗੇ ਹੁੰਦੇ ਤਾਂ ਫਿਰ ਇਹ ਮਾਮਾ ਇੱਥੇ ਆਉਂਦੀਆਂ ਹੀ ਕਿਉਂ? ਤੁਸੀਂ ਫਿਰ ਆਲ ਪੰਜਾਬ ਦੇ ਵਿੱਚੋਂ ਜਾਂਦੇ ਹੋ, ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗੇ? ਬਿਲਕੁਲ ਭਾਈ ਸਾਹਿਬ, ਮੈਂ ਮਤਲਬ ਅੱਜ ਦੀ ਡੇਟ ਦੇ ਵਿੱਚ ਅਸੀਂ ਕਹਿ ਲਓ ਅਟਾਰੀ ਬਾਰਡਰ ਹੋ ਗਿਆ, ਇੱਧਰੋਂ ਮਤਲਬ ਚੰਡੀਗੜ੍ਹ ਤੱਕ ਹੋ ਗਿਆ, ਉੱਧਰੋਂ ਬਠਿੰਡਾ ਮਾਨਸਾ ਹੋ ਗਿਆ, ਫਾਜ਼ਿਲਕਾ ਤੱਕ ਹੋ ਗਿਆ, ਸਾਰੇ ਪਾਸਿਆਂ ਤੋਂ ਜਿੱਥੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ। ਇੱਕ ਮੈਨੂੰ ਤੁਹਾਡੀ ਗੱਲ ਦੇ ਵਿੱਚੋਂ ਗੱਲ ਯਾਦ ਆ ਗਈ, ਤੁਸੀਂ ਕਿਹਾ ਕਮੇਟੀ ਨੇ ਗੁਰਦੁਆਰੇ ਦੀ ਨੇ ਤੁਹਾਨੂੰ ਫੋਨ ਕੀਤਾ ਵੀ ਮਾਤਾ ਨੂੰ ਲੈ ਜਾਓ। ਤੁਹਾਨੂੰ ਲੱਗਦਾ ਕਿ ਹਰੇਕ ਪਿੰਡ ਦੇ ਵਿੱਚ ਬੜੀ ਵੱਡੀ ਗਿਣਤੀ ਹੁੰਦੀ, ਜੇਕਰ ਪਿੰਡ ਵਾਲੇ ਚਾਹੇ ਤਾਂ ਇਹ ਸੇਵਾ ਕਰਨ ਨਿਭਾ ਸਕਦੇ ਸੀ, ਪਰ ਜੇਕਰ ਇੱਕ ਮੈਨੂੰ ਕਹਿਣ ਦੀ ਗੱਲ ਥੋੜੀ ਸ਼ਰਮ ਵੀ ਆ ਰਹੀ ਵੀ ਗੁਰਦੁਆਰੇ ਦੀ ਕਮੇਟੀ ਤੁਹਾਨੂੰ ਕਹਿ ਰਹੀ ਵੀ ਸਾਡੇ ਤੋਂ ਇੱਕ ਮਾਤਾ ਨਹੀਂ ਸਾਂਭੀ ਜਾਂਦੀ, ਬਲਕਿ ਗੁਰੂ ਅੰਗਦ ਦੇਵ ਨੇ ਲੰਗਰ ਦੀ ਪ੍ਰਥਾ ਚਲਾਈ ਸੀ। ਵੀ ਜੀ ਜਿਹੜੀ ਇਹ ਕਮੇਟੀ ਸੀਗੀ ਇੱਥੇ, ਤਾਂ ਮੈਂ ਫੇਰ ਵੀ ਇਹਨਾਂ ਦੀ ਸ਼ੁਕਰਗੁਜ਼ਾਰ ਹਾਂ ਵੀ ਇਹਨਾਂ ਨੇ ਕਾਫੀ ਟਾਈਮ ਉਹਨਾਂ ਨੂੰ ਗੁਰਦੁਆਰਾ ਸਾਹਿਬ ਰਹਿਣਾ ਮਤਲਬ ਦੀ ਇਜਾਜ਼ਤ ਦਿੱਤੀ, ਉਹਨਾਂ ਦੇ ਰੋਟੀ ਪਾਣੀ ਦਾ। ਈਵਨ ਇਹੋ ਜਿਹੇ ਕੇਸ ਵੀ ਸਾਹਮਣੇ ਆਉਂਦੇ ਆ, ਮੰਨ ਲਓ ਹੁਣ ਕੋਈ ਰਾਤ ਨੂੰ 11 ਵਜੇ ਕਾਲ ਆ ਗਈ ਬਈ ਇੱਕ ਮਾਤਾ ਹੈਗੀ ਆ, ਲਵਾਰਸ ਹੈਗੀ ਆ, ਹੁਣ ਮੈਂ ਬੀਇੰਗ ਅ ਲੇਡੀ ਰਾਤ ਨੂੰ 11 ਵਜੇ ਨਹੀਂ ਜਾ ਸਕਦੀ, ਠੀਕ ਹੈ। ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਵੀ ਤੁਸੀਂ ਇੱਕ ਕੰਮ ਕਰੋ, ਇਹਨਾਂ ਨੂੰ ਅੱਜ ਦੀ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਸਟੇ ਦੇ ਦਿਓ। ਉਹ ਕਹਿੰਦੇ ਜੀ ਗੁਰਦੁਆਰਾ ਸਾਹਿਬ ਵਾਲੇ ਅਲਾਓ ਨਹੀਂ ਕਰਦੇ ਜੀ। ਇਦਾਂ ਦੇ ਕੇਸ ਵੀ ਆਉਂਦੇ ਆ ਸਾਹਮਣੇ ਜੀ।
ਤੇ ਫਿਰ ਜਿਹੜੀਆਂ ਮਾਵਾਂ ਨੂੰ ਇੱਥੇ ਪੁੱਤ ਮਿਲਣ ਵਾਲੇ, ਤੁਸੀਂ ਉਹਨਾਂ ਨੂੰ ਕਦੇ ਕਿਹਾ ਵੀ ਤੁਹਾਡੀ ਮਾਤਾ ਇੱਥੇ ਬੈਠੀ ਆ? ਹੁਣ ਮੈਂ ਦੇਖਿਆ ਕਈ ਥਾਵਾਂ ਤੇ ਕਈਆਂ ਦੀਆਂ ਮਾਤਾ ਆਸ਼ਰਮ ਚ ਹੁੰਦੀ ਤੇ ਆਪ ਜਾ ਕੇ ਬਰਥਡੇ ਆਸ਼ਰਮਾਂ ਦੇ ਵਿੱਚ ਮਨਾਉਂਦੇ ਦੇਖੇ ਮੈਂ। ਅਜਿਹੇ ਵੀ ਪੁੱਤ ਦੇਖੇ ਆ ਜਿਹੜੇ ਆਪਦਾ ਜਨਮ ਦਿਨ ਆਸ਼ਰਮਾਂ 'ਚ ਜਾ ਮਨਾਉਂਦੇ, ਪਰ ਮਾਵਾਂ ਉਹਨਾਂ ਨੇ ਇੱਥੇ ਬੈਠੀਆਂ। ਤੁਹਾਡੇ ਕੋਲ ਕੋਈ ਐਸਾ ਕੇਸ ਆਇਆ ਜਿਹਦੇ ਪੁੱਤ ਨੂੰ ਤੁਸੀਂ ਲਾਹਨਤ ਪਾਈ, ਮੈਂ ਲਾਹਨਤ ਹੀ ਕਹਿ ਸਕਦਾ ਪੰਜਾਬੀ ਦੇ ਵਿੱਚ, ਲਾਹਨਤਾਂ ਪਾਈਆਂ ਹੋਣ? ਵੀਰ ਜੀ ਮੇਰੇ ਕੋਲ ਇਦਾਂ ਦੇ ਕੇਸ ਆ, ਮਤਲਬ ਰੂਟੀਨ ਲਾਈਫ ਦੇ ਵਿੱਚ ਹੀ ਆ ਜਾਂਦੇ ਆ। ਮਤਲਬ ਈਵਨ ਇੱਥੇ ਤੱਕ ਵੀ ਉੱਦਾਂ ਦੇ ਬੇਟੇ ਵੀ, ਇੱਕ ਮਾਤਾ ਸਾਡੇ ਕੋਲ ਇੱਥੇ ਹੈਗੀ ਆ, ਉਹ ਇੱਥੋਂ ਲੁਧਿਆਣੇ ਦੀ ਹੋਈ ਹੈ, ਡਾਬਾ ਰੋਡ ਦੀ ਹੈ, ਤੇ ਉਹਦੀ ਫੈਮਿਲੀ ਹੈਗੀ ਆ, ਹੈ ਨਾ। ਮਤਲਬ ਜਦੋਂ ਮਿਲੀ ਸੀਗੀ ਤਾਂ ਉਦੋਂ ਉਹਦੀ ਫੈਮਿਲੀ ਬਾਰੇ ਨਹੀਂ ਸੀ ਪਤਾ, ਫਿਰ ਬਾਅਦ 'ਚ ਪਤਾ ਲੱਗਿਆ। ਫਿਰ ਉਹਦੇ ਨਾਲ ਕੰਟੈਕਟ ਕੀਤਾ ਤੇ ਉਹਦਾ ਬੇਟਾ ਅੱਗੋਂ ਬਹਾਨਾ ਹੀ ਮਾਰਦਾ, ਮੇਰੇ ਕੋਲ ਆਉਣ ਲਈ ਕਿਰਾਇਆ ਨਹੀਂ ਹੈਗਾ ਜੀ, ਠੀਕ ਹੈ। ਤੇ ਮੈਂ ਉਹਨੂੰ ਕਹਿੰਦੀ ਮੈਂ ਕਿਰਾਇਆ ਵੀ ਭਜਵਾ ਦਿੰਦੀ ਹਾਂ, ਤੈਨੂੰ ਪੇਟੀਐਮ ਕਰ ਦਿੰਦੀ ਹਾਂ, ਜਾਂ ਕੁਝ ਵੀ ਕਰਨਾ ਤੂੰ ਮਿਲ ਤਾਂ ਜਾ ਉਹਨੂੰ। ਉਹ ਕਹਿੰਦਾ ਨਹੀਂ। ਮੈਂ ਕਿਹਾ ਮੈਂ ਗੱਡੀ ਭੇਜ ਦਿੰਦੀ ਹਾਂ ਜੀ, ਠੀਕ ਹੈ, ਕਿਉਂਕਿ ਮੈਂ ਇਹਨਾਂ ਦੀ ਜ਼ਰੂਰਤਾਂ ਤਾਂ ਪੂਰੀਆਂ ਕਰ ਸਕਦੀ ਹਾਂ, ਜਿਹੜੇ ਫੈਮਿਲੀ ਨਾਲ ਇਹਨਾਂ ਦਾ ਪਿਆਰ ਆ ਉਹ ਥੋੜੀ ਨਾ ਦੇ ਸਕਦੀ ਹੈ, ਹੈ ਨਾ। ਇਸੇ ਕਰਕੇ ਮਾਵਾਂ ਦਾ ਘਰ ਨਹੀਂ ਹੈਗਾ, ਮਾਵਾਂ ਦਾ ਆਸ਼ਰਮ ਆ ਜੀ ਜੀ। ਮਾਵਾਂ ਇੱਥੇ ਬਹੁਤ ਹੋਣਗੀਆਂ ਬੈਠੀਆਂ ਜਿਹੜੀਆਂ ਜਿਨ੍ਹਾਂ ਨੂੰ ਪੁੱਤ ਤਾਂ ਨਹੀਂ ਯਾਦ ਕਰਦੇ, ਪਰ ਇਹਨਾਂ ਕਦੇ ਮਾਵਾਂ ਨੇ ਆਪਣੇ ਪੁੱਤਾਂ ਨੂੰ ਯਾਦ ਕੀਤਾ। ਤੁਹਾਡੇ ਕੋਲੇ ਸ਼ਾਇਦ ਕੀਤਾ ਵੀ ਮੈਂ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ। ਬਿਲਕੁਲ ਯਾਦ ਕਰਦੀਆਂ ਜੀ, ਜਦੋਂ ਵੀ ਮੌਕਾ ਮਿਲਦਾ, ਮਤਲਬ ਕੋਈ ਦਿਨ ਤਿਉਹਾਰ ਹੁੰਦਾ ਉਦੋਂ ਵੀ ਯਾਦ ਕਰਦੀਆਂ, ਰੂਟੀਨ ਲਾਈਫ 'ਚ ਵੀ ਕਰਦੀਆਂ। ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਦੀ ਹਾਂ, ਇਹ ਕਦੇ ਵੀ ਆਪਣੇ ਮੂੰਹੋਂ ਆਪਣੇ ਬੱਚਿਆਂ ਨੂੰ ਮਾੜਾ ਨਹੀਂ ਕਹਿੰਦੀਆਂ, ਹੈ ਨਾ। ਮਤਲਬ ਕਦੇ ਇਕੱਲੀਆਂ ਬੈਠੀਆਂ ਹੋਣਗੀਆਂ, ਮਤਲਬ ਕੋਈ ਕੋਲੇ ਨਹੀਂ ਹੈ, ਮੈਂ ਇਹਨਾਂ ਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਕਰਦੀ ਹਾਂ ਤਾਂ ਫਿਰ ਕਹਿੰਦੀਆਂ ਵੀ ਇੱਦਾਂ ਸੀ, ਨੋਹ ਲੜਦੀ ਸੀ, ਜਾਂ ਇਹ ਸੀ ਜਾਂ ਉਹ ਸੀ, ਇੱਦਾਂ ਦੀ ਗੱਲ ਕਰਦੀਆਂ। ਪਰ ਕਿਸੇ ਦੇ ਸਾਹਮਣੇ ਵੀ ਆਪਣਾ ਢਿੱਡ ਨਹੀਂ ਫੋਲਦੀਆਂ। ਮਤਲਬ ਇਹ ਪੰਜਾਬੀ ਜਿਹੜੀਆਂ ਮਾਵਾਂ ਕਹਿ ਲਓ ਸਾਡੀਆਂ, ਉਹਨਾਂ ਦੇ ਅੰਦਰ ਦੇਖੋ ਕਿੰਨੀ ਆਪਣਾਤਾ ਜਾਂ ਕਿੰਨਾ ਠਰਮਾ ਹੈਗਾ, ਵੀ ਉਹ ਫਿਰ ਵੀ ਆਪਣੀ ਜ਼ੁਬਾਨ 'ਚੋਂ ਬੋਲ ਕੇ ਆਪਣਿਆਂ ਨੂੰ ਮਾੜਾ ਕਦੇ ਨਹੀਂ ਕਹਿੰਦੀਆਂ ਜੀ। ਪੁੱਤ ਚਾਹੇ ਉਹਨਾਂ ਨੂੰ ਇੱਥੇ ਛੱਡ ਬਿਲਕੁਲ ਬਿਲਕੁਲ ਉਹਨਾਂ ਦੀ ਬਦੌਲਤ ਹੀ ਹੈ ਜੀ, ਠੀਕ ਹੈ। ਨਹੀਂ ਤਾਂ ਇਹ ਤਾਂ ਆਪਣੇ ਘਰ ਦੀਆਂ ਰਾਣੀਆਂ ਸੀਗੀਆਂ ਜੀ। ਕੋਈ ਐਸੀ ਮਾਂ ਜਿਸ ਦੀ ਦਰਦ ਕਹਾਣੀ ਤੇ ਤੁਹਾਡੇ ਰੌਂਗਟੇ ਖੜੇ ਕਰਤੇ ਹੁਣ, ਕੋਈ ਐਸੀ ਮਾਂ? ਜੀ ਸਰਤਾਜ ਦਾ ਇੱਕ ਗਾਣਾ ਹੈਗਾ ਨਾ, ਵੀ ਦਿਲ ਪਹਿਲਾਂ ਜਾਂ ਨਹੀਂ ਰਿਹਾ ਹੁਣੇ ਕਠੋਰ ਹੋ ਗਿਆ, ਠੀਕ ਹੈ। ਜਦੋਂ ਮੈਂ ਪਹਿਲਾਂ ਦੇਖਦੀ ਸੀਗੀ ਉਦੋਂ ਮੈਂ ਵੀ ਬਹੁਤ ਇਮੋਸ਼ਨਲ ਹੋ ਜਾਂਦੀ ਸੀ। ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਇੱਕ EMPLOYEE ਦੀ ਲੜਕੀ ਦੀ ਯੰਗ ਏਜ ਡੈਥ ਹੋ ਗਈ, ਤਾਂ ਮੇਰੀ ਜ਼ਿੰਦਗੀ ਦਾ ਸ਼ਾਇਦ ਉਹ ਪਹਿਲਾ ਸੰਸਕਾਰ ਸੀ। ਜਦੋਂ ਮੈਂ ਉਹਦੇ ਸੰਸਕਾਰ 'ਤੇ ਗਈ ਤਾਂ ਮੈਂ ਆ ਕੇ ਬਹੁਤ ਡਿਸਟਰਬ ਰਹੀ ਵੀ ਇੱਕ ਯੰਗ ਪਰਸਨ ਜਿਹੜਾ ਉਹਦੇ ਬੱਚੇ ਛੋਟੇ ਛੋਟੇ ਉਹ ਜ਼ਿੰਦਗੀ 'ਚੋਂ ਚਲਾ ਜਾਂਦਾ ਤੇ ਉਹਦੇ ਬੱਚਿਆਂ ਦਾ ਕੀ ਬਣੇਗਾ, ਕਿਉਂਕਿ ਮੈਂ ਕਦੇ ਗਈ ਨਹੀਂ ਸੀ। ਮਤਲਬ ਮੇਰਾ ਬਾਕੀ ਫੈਮਿਲੀ ਜਾਂਦੀ ਸੀ ਤਾਂ ਮੇਰਾ ਬਾਪ ਵਾਸਤੇ। ਪਰ ਹੁਣ ਤਾਂ ਹਾਲਾਤ ਇਹ ਬਣ ਗਏ ਹੋਏ ਆ, ਮੈਨੂੰ ਇਹ ਲੱਗਦਾ ਇਹਨਾਂ ਨੂੰ ਮੇਰੀ ਜ਼ਰੂਰਤ ਆ, ਜਾਂ ਇਹਨਾਂ ਦਾ ਆਖਰੀ ਵਿਸ਼ਵਾਸ ਇੱਥੇ ਹੀ ਪੂਰਾ ਹੋਣਾ, ਰੱਬ ਨੇ ਮੇਰੀ ਡਿਊਟੀ ਲਾਈ ਆ। ਹੁਣ ਤਾਂ ਇਹ ਆ ਵੀ ਸਾਡਾ ਜਿਹੜਾ ਧਰਮ ਹੈ ਇੰਡੀਅਨ, ਅਸੀਂ ਫਿਲਾਸਫੀ ਦੇ ਵਿੱਚ ਵੀ ਲੇਡੀਜ਼ ਸ਼ਮਸ਼ਾਨ ਘਾਟ ਤੱਕ, ਉਸ ਜਗ੍ਹਾ ਤੱਕ ਨਹੀਂ ਜਾਂਦੀਆਂ, ਮਤਲਬ ਪਿੱਛੇ ਰਹਾਂ। ਤੇ ਪਰ ਮੇਰੇ ਹਾਲਾਤ ਇਹ ਆ, ਜਾਂ ਵਾਹਿਗੁਰੂ ਨੇ ਮੇਰੀ ਡਿਊਟੀ ਇਹ ਲਾਈ ਹੈ ਵੀ ਅੰਤਮ ਅਗਨੀ ਜਿਹੜੀ ਹੈਗੀ ਉਹ ਮੈਂ ਆਪਣੇ ਹੱਥੀਂ ਦਿੰਦੀ ਹਾਂ ਜੀ। ਜਿਵੇਂ ਡਾਕਟਰੀ ਲਾਈਨ ਦੇ ਵਿੱਚ ਅੱਜ ਦੀ ਗੱਲ ਕਰੀਏ ਤਾਂ ਅੱਜ ਡਾਕਟਰਾਂ ਦਾ ਕੁਝ ਵਤੀਰਾ ਤੁਸੀਂ ਸਮਝ ਸਕਦੇ ਹੋ ਕਿ ਜਿਨ੍ਹਾਂ ਦਾ ਪੈਸਾ ਮੁੱਖ ਰੱਖਿਆ ਹੋਇਆ, ਪਰ ਇਹ ਚੀਜ਼ ਨੂੰ ਮੁੱਖ ਨਹੀਂ ਰੱਖਿਆ। ਤੁਹਾਡੀ ਸੋਚ ਕਿਵੇਂ ਬਦਲ ਗਈ ਇਸ ਤਰੀਕੇ ਨਾਲ? ਪਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਇਨਸਾਨ ਇੱਕੋ ਤੇ ਤਰ੍ਹਾਂ ਦੇ ਨਹੀਂ, ਸਾਰੇ ਅਧਿਆਪਕ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਤਾਂ ਬਚਪਨ ਤੋਂ ਹੀ ਸਾਡੇ 'ਚ ਹੁੰਦੀਆਂ, ਹੈ ਨਾ। ਜਿਹੜੇ ਲੋਕ ਉਸ ਟਾਈਪ ਦੇ, ਮੈਂ ਇਹ ਵੀ ਨਹੀਂ ਕਹਿੰਦੀ ਵੀ ਉਹ ਨਹੀਂ ਹੁੰਦੇ, ਬਿਲਕੁਲ ਹੁੰਦੇ ਆ, ਪਰ ਉਹਨਾਂ ਨੇ ਆਪਣੇ ਕਰਮਾਂ ਦਾ ਲੇਖਾ ਜੋਖਾ ਭੁਗਤਣਾ। ਮੇਰੀ ਆਪਣੀ ਨੇਚਰ ਹੈ। ਪਹਿਲੀ ਸੋਚ ਕਿਵੇਂ ਆਈ ਤੁਹਾਡੇ ਮਨ 'ਚ ਵੀ ਪਹਿਲੀ ਮਾਤਾ ਨੂੰ ਕਿਵੇਂ ਤੁਸੀਂ ਸੰਪਰਕ 'ਚ ਕੀਤਾ ਹੈ? ਕਿਉਂਕਿ ਜਦੋਂ ਬੰਦਾ ਨਵਾਂ ਜਾਂ ਕੋਈ ਕੰਮ ਸਟਾਰਟ ਕਰਦਾ ਤਾਂ ਔਖਾ ਹੁੰਦਾ, ਪਹਿਲੀ ਵਾਰੀ ਕਿਵੇਂ? ਉਹੀ ਆਪਾਂ ਜ਼ਮਾਨੇ ਜਦੋਂ ਵਿਚਰਦੇ ਹਾਂ, ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਤੁਹਾਡਾ ਬਿਜ਼ਨਸ ਹੋਵੇ ਜਾਂ ਜਿਹੜਾ ਤੁਹਾਡਾ ਇੰਟਰਸਟ ਹੋਵੇ ਤੁਸੀਂ ਉਹੀ ਚੀਜ਼ ਦੇਖਦੇ ਹੋ। ਹੁਣ ਮੰਨ ਲਓ ਕਿਸੇ ਦਾ ਕੱਪੜੇ ਦਾ ਕੰਮ ਹੈਗਾ ਤੇ ਉਹ ਕਿਸੇ ਦੇ ਕੱਪੜੇ ਪਾਈ ਦੇਖੇਗਾ, ਰਾਈਟ। ਤਾਂ ਇਸ ਮਾਮਲੇ ਦੇ ਵਿੱਚ ਮੈਂ ਨਾ ਗੁਰਪ੍ਰੀਤ ਵੀਰ ਜੀ ਨੂੰ ਫੋਲੋ ਕਰਦੀ ਸੀ, ਜਿਹੜੇ ਮਨੁੱਖਤਾ ਦੀ ਸੇਵਾ ਵਾਲੇ, ਉਹਨਾਂ ਨੂੰ, ਹਸਨਪੁਰ ਵਾਲੇ, ਠੀਕ ਹੈ। ਜਦੋਂ ਉਹਨਾਂ ਨੇ ਢਾਬੇ 'ਤੇ ਸਟਾਰਟ ਕੀਤਾ ਤਾਂ ਮੈਂ ਉਹਨਾਂ ਨੂੰ ਉੱਥੇ ਵੀ ਮਿਲਣ ਜਾਂਦੀ ਸੀ, ਠੀਕ ਹੈ। ਮੇਰੇ ਮਨ 'ਚ ਇਹ ਹੁੰਦਾ ਸੀ ਵੀ ਇਹ ਆਦਮੀਆਂ ਲਈ ਕਰ ਰਿਹਾ, ਅਗਰ ਇਹ ਆਦਮੀਆਂ ਲਈ ਕਰ ਰਿਹਾ, ਆਦਮੀਆਂ ਦੀ ਲਾਈਫ ਇੰਨੀ ਔਖੀ ਹੁੰਦੀ ਹੈ ਤਾਂ ਲੇਡੀਜ਼ ਨੂੰ ਕਿੰਨਾ ਔਖਾ ਹੁੰਦਾ ਹੈਗਾ। ਬਾਹਰ ਰਹਿਣਾ ਰਾਤ ਨੂੰ ਸਰਦੀਆਂ ਦੇ ਵਿੱਚ, ਮਤਲਬ ਇਹ ਰਾਤਾਂ ਕਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਦਾ ਸਰਵਾਈਵ ਕਰਨਾ ਕਿੰਨਾ ਔਖਾ, ਉਹ ਇੱਕ ਪ੍ਰੇਰਨਾ ਬਣੀ ਜੀ, ਹੈ ਨਾ, ਵੀ ਮੈਂ ਵੀ ਹਿੰਮਤ ਕਰਾਂ, ਠੀਕ ਹੈ। ਤਾਂ ਫਿਰ ਪਰਮਾਤਮਾ ਦੀ ਮਿਹਰ ਦੇ ਨਾਲ, ਮਤਲਬ ਮੇਰੇ ਸਰਕਮਸਟੈਂਸਸ ਉੱਦਾਂ ਦੇ ਸੀ, ਉਹਨੇ ਸੋਰਸਿਸ ਉੱਦਾਂ ਦੇ ਦਿੱਤੇ ਹੋਏ ਸੀ, ਮੈਨੂੰ ਫੈਮਿਲੀ ਸਪੋਰਟ ਉੱਦਾਂ ਦੀ ਸੀ। ਤਾਂ ਪਹਿਲਾਂ ਮੈਂ ਸੋਚਦੀ ਸੀ ਮੈਂ ਰੈਂਟ 'ਤੇ ਲੈ ਕੇ ਕਰਾਂ, ਮਤਲਬ ਸਟਾਰਟ ਕਰ ਲਾਂ, ਪਰ ਫਿਰ ਉਹ ਲੋਕ ਸਿਆਣੇ ਆ, ਉਹਨਾਂ ਨੂੰ ਲੱਗਦਾ ਸ਼ਾਇਦ ਸਾਡੀ ਜਗ੍ਹਾ 'ਤੇ ਕਬਜ਼ਾ ਨਾ ਹੋ ਜਾਏ ਜਾਂ ਕੁਝ ਵੀ ਇੱਦਾਂ ਦਾ, ਉਹ ਵੀ ਆਪਣੀ ਜਗ੍ਹਾ 'ਤੇ ਸਹੀ ਹੈ। ਤਾਂ ਹੌਲੀ ਹੌਲੀ ਮਤਲਬ ਵਾਹਿਗੁਰੂ ਦੀ ਮਿਹਰ ਦੇ ਨਾਲ ਮਤਲਬ ਉਹਨੇ ਆਪਣੇ ਆਪ ਹੀ ਇੱਕ ਇੱਕ ਕਦਮ ਅੱਗੇ ਵਧਾਉਂਦੇ ਗਏ। ਕਦੇ ਫੈਮਿਲੀ ਨੇ ਆਈ ਨਹੀਂ ਆ ਵੀ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ? ਜ਼ਿਆਦਾਤਰ ਤਾਂ ਆਈ ਕਹਿੰਦੇ ਨੇ ਵੀ ਕਿਹੜੇ ਕੰਮਾਂ 'ਚ ਪੈ ਗਏ। ਨਹੀਂ, ਇੱਦਾਂ ਦਾ ਕਦੇ ਵੀ ਨਹੀਂ ਹੋਇਆ, ਕਿਉਂਕਿ ਜਿਹੜੀ ਐਜੂਕੇਟਡ ਫੈਮਿਲੀ ਹੁੰਦੀ ਹੈ ਨਾ, ਸਟ੍ਰੇਟ ਫਾਰਵਰਡ ਹੁੰਦੀ ਹੈ, ਉਹਨਾਂ ਨੂੰ ਪਤਾ ਵਾ ਵੀ ਹਰ ਬੰਦੇ ਦੀ ਆਪਣੀ ਵੀ ਇੱਕ ਪਰਸਨਲ ਲਾਈਫ ਹੈਗੀ ਹੈ, ਹੈ ਨਾ, ਉਹਦੀ ਪਰਸਨਲ ਚੁਆਇਸ ਹੈਗੀ। ਜ਼ਿੰਮੇਵਾਰੀਆਂ ਦੇ ਨਾਲ ਨਾਲ ਉਹਨੇ ਆਪਣੇ ਲਈ ਵੀ ਕੁਝ ਕਰਨਾ। ਜਦੋਂ ਮੈਂ ਰੱਬ ਦੇ ਘਰੇ ਜਾਣਾ ਨਾ, ਜਿਵੇਂ ਦੁਨੀਆ 'ਤੇ ਆਈ ਵੀ ਇਕੱਲੀ ਤੇ ਮੈਂ ਜਾਣਾ ਵੀ ਇਕੱਲੇ, ਤੇ ਉੱਥੇ ਜਾ ਕੇ ਲੇਖਾ ਵੀ ਮੈਂ ਇਕੱਲਿਆਂ ਨਹੀਂ ਦੇਣਾ, ਤੇ ਇਸ ਕਰਕੇ ਫਿਰ ਮੈਨੂੰ ਕੁਝ ਕਰਮ ਆਪਣੇ ਲਈ ਵੀ ਕਰਨੇ ਚਾਹੀਦੇ ਆ।
ਜੀ ਜਿਵੇਂ ਕਿ ਗੁਰਬਾਣੀ ਦਾ ਸ਼ਬਦ ਹੈ ਕਿ ਸੱਚ ਸਭਨਾ ਦਾ ਖਾਸਮ ਹੈ, ਸੱਚ ਦੇ ਰਾਹ ਤੇ ਚੱਲਦਿਆਂ ਦੇ ਬੇਰੀ ਵਿਰੋਧਤਾ ਵੀ ਬੜੀ ਹੁੰਦੀ ਹੈ, ਤੁਹਾਡੇ ਨਾਲ ਵੀ ਕੁਝ ਐਸਾ ਹੋਇਆ? ਨਹੀਂ ਵੀ ਜੀ, ਮੈਨੂੰ ਲੱਗਦਾ ਜੇ ਤੁਸੀਂ ਸਹੀ ਟਰੈਕ ਤੇ ਚੱਲਦੇ ਹੋ ਤਾਂ ਕਦੇ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਦੇਖੋ ਇੱਕ ਤਾਂ ਇਹ ਆ ਵੀ ਮੇਰਾ ਮਕਸਦ ਨਾ ਕਰਾਊਡ ਇਕੱਠਾ ਕਰਨਾ ਨਹੀਂ ਹੈਗਾ, ਠੀਕ ਹੈ, ਵੀ ਆਪਾਂ ਦੁਨੀਆ ਨੂੰ ਦਿਖਾਉਣਾ ਜਾਂ ਕੋਈ ਵੀ ਗੱਲਬਾਤ ਕਰਨੀ, ਇਦਾਂ ਦਾ ਮੇਰਾ ਕੋਈ ਮਕਸਦ ਨਹੀਂ। ਇੱਕ ਪਰਿਵਾਰ ਆ, ਹੁਣ ਤੁਸੀਂ ਆਸ਼ਰਮ 'ਚ ਆਏ ਹੋ, ਤੁਹਾਨੂੰ ਇੱਕ ਘਰ ਵਾਲਾ ਮਾਹੌਲ ਲੱਗੇਗਾ, ਇਹ ਆਸ਼ਰਮ ਨਹੀਂ ਲੱਗੇਗਾ। ਅੰਦਰ ਜਾਓਗੇ ਤੁਹਾਨੂੰ ਕੋਈ ਸਮੈਲ ਨਹੀਂ ਆਏਗੀ, ਕਿਸੇ ਵੀ ਬੰਦੇ ਨੂੰ ਤੁਸੀਂ ਜੱਫੀ ਪਾ ਲਓ, ਪਿਆਰ ਕਰੋ ਤਾਂ ਤੁਹਾਨੂੰ ਹਿਚਕ ਨਹੀਂ ਹੋਏਗੀ ਵੀ ਮੈਂ ਇਹਦੇ ਨੇੜੇ ਨਹੀਂ ਜਾਣਾ, ਇਹ ਬਿਮਾਰ ਆ, ਠੀਕ ਹੈ। ਤਾਂ ਜਦੋਂ ਤੁਸੀਂ ਸਹੀ ਟਰੈਕ ਤੇ ਕੰਮ ਕਰਦੇ ਹੋ ਨਾ ਤੇ ਵਾਹਿਗੁਰੂ ਤੁਹਾਡਾ ਆਪਣੇ ਆਪ ਹੀ ਸਾਥ ਦਿੰਦਾ, ਠੀਕ ਹੈ। ਮੇਰਾ ਮਕਸਦ ਕੋਈ ਹੋਰ ਨਹੀਂ ਹੈਗਾ, ਮੇਰਾ ਮਕਸਦ ਮਤਲਬ ਲੋਕਾਂ ਦੇ ਵਿੱਚ ਇੰਨਾ ਕੁ ਕੰਮ ਕਰਕੇ ਉਹਨੂੰ ਐਕਸਪਲੋਰ ਇੰਨਾ ਕੁ ਲੋਕਾਂ ਦੇ ਸਾਹਮਣੇ ਐਕਸਪ੍ਰੈਸ ਕਰਨਾ, ਉਹ ਨਹੀਂ ਹੈਗਾ। ਤੇ ਇਸ ਕਰਕੇ ਸ਼ਾਇਦ ਮੈਨੂੰ ਅੱਜ ਤੱਕ ਕਦੇ ਕੋਈ ਦਿੱਕਤ ਵੀ ਨਹੀਂ ਆਈ। ਇਹਨਾਂ ਵਿੱਚੋਂ ਕਿਸੇ ਮਾਮਾ ਨਾਲ ਗੱਲਬਾਤ ਕਰਾ ਸਕਦੇ ਹੋ? ਬਿਲਕੁਲ ਕਰਾ ਸਕਦੇ ਹਾਂ ਜੀ, ਜਿਹਦੇ ਨਾਲ ਵੀ ਤੁਸੀਂ ਕਰਨੀ ਚਾਹੋ। ਇਹਨਾਂ ਦਾ ਨਾਮ ਮਨਜੀਤ ਕੌਰ ਆ। ਮਾਤਾ ਕੀ ਨਾਮ ਆ ਜੀ ਤੁਹਾਡਾ? ਮਨਜੀਤ ਕੌਰ ਤੇ ਪੱਪੀ ਹੈ ਪੇਕਿਆਂ ਦਾ ਨਾਂ। ਪੇਕਿਆਂ ਦਾ ਨਾਮ ਪੱਪੀ ਹੈ, ਕਿੱਥੋਂ ਦੇ ਰਹਿਣ ਵਾਲੇ ਹੋ? ਮੁਕਤਸਰੋਂ। ਜੀ ਮੁਕਤਸਰ ਤੋਂ। ਹਾਂ। ਬੱਚੇ ਕੀ ਕਰਦੇ ਤੁਹਾਡੇ? ਬੱਚਿਆਂ ਦਾ ਨਾਮ ਦਾ ਪਤਾ? ਬੱਚੇ ਤਿੰਨ ਸੀ, ਤਿੰਨੇ ਮਰ ਗਏ। ਅੱਛਾ ਜੀ। ਨਾ ਉਹਦਾ ਤੇ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ? ਮੰਦਰ ਸਿੰਘ। ਮੰਦਰ ਸਿੰਘ। ਹਾਂ, ਕੀ ਕੰਮ ਕਰਦੇ ਸੀ? ਪਹਿਲਾਂ ਖੇਤਾਂ ਦਾ ਕੰਮ ਕਰਦਾ ਸੀ, ਜੀ। ਹੁਣ ਉਹਦਾ ਪਾਸਾ ਟੁੱਟ ਗਿਆ ਸਾਰਾ, ਜੀ। ਹੁਣ ਘਰੇ ਬੈਠਾ ਰਹਿੰਦਾ। ਇੱਥੇ ਕਿਵੇਂ ਰਹਿ ਰਹੇ ਹੋ? ਇੱਥੇ ਮਾਹੌਲ ਕਿਵੇਂ ਆ? ਐਕਚੁਅਲ ਦੇ ਵਿੱਚ ਕਾਫੀ ਟਾਈਮ ਪਹਿਲਾਂ ਇਹਨਾਂ ਦੇ ਹਸਬੰਡ ਨੇ ਸੈਕੰਡ ਮੈਰਿਜ ਕਰ ਲਈ, ਜੀ। ਤਾਂ ਉਹਨਾਂ ਦੋਨਾਂ ਨੇ ਰਲ ਕੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਮਤਲਬ ਇਹ ਸਟਾਰਟਿੰਗ ਤੋਂ ਜਦੋਂ ਇਹਨਾਂ ਦੀ ਮੈਰਿਜ ਹੋਈ ਉਦੋਂ ਤੋਂ ਥੋੜੇ ਸਿੱਧੇ ਸੀ, ਮਤਲਬ ਬਹੁਤ ਚੁਸਤ ਚਲਾਕ ਨਹੀਂ ਸੀ ਹੈਗੇ। ਤਾਂ ਉਹਦੇ ਬਾਅਦ ਫਿਰ ਜਦੋਂ ਜ਼ਿੰਦਗੀ ਥਪੇੜੇ ਮਾਰਦੀ ਹੈ ਤਾਂ ਬੰਦੇ ਦੀ ਹਾਲਤ ਹੋਰ ਖਰਾਬ ਹੋ ਜਾਂਦੀ, ਠੀਕ ਹੈ। ਫਿਰ ਇਹਨਾਂ ਦੀ ਬਾਂਹ ਟੁੱਟ ਗਈ ਦੇਖੋ, ਠੀਕ ਹੈ। ਤਾਂ ਕਿਸੇ ਨੇ ਇਲਾਜ ਨਹੀਂ ਕਰਾਏ, ਆਪਣੇ ਆਪ ਹੀ ਜੁੜੀ ਹੈ, ਜੀ, ਹੈ ਨਾ, ਘੁੰਮ ਕੇ ਆਪਣੇ ਆਪ ਹੀ ਦੇਖੋ ਜੁੜੀ ਹੋਈ ਹੈ। ਤੇ ਉਹ ਗੱਲ ਉੱਥੇ ਆ ਗਈ ਵੀ ਫਿਰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਉਹਨਾਂ ਨੂੰ ਲੱਗਿਆ ਵੀ ਇਹਨਾਂ ਦਾ ਬੁਢਾਪਾ ਖਰਾਬ ਹੋਏਗਾ, ਕਿੱਥੇ ਰੋਲਣਗੇ, ਕਿਉਂਕਿ ਉਹ ਤਾਂ ਘਰੇ ਨਹੀਂ ਵੜਨ ਦਿੰਦੇ। ਫਿਰ ਜਿਹੜੇ ਮੰਦਬੁੱਧੀ ਇੱਥੇ ਤੁਹਾਡੇ ਕੋਲੇ ਮਾਮਾ ਆ ਜਾਂਦੀਆਂ, ਕੁਝ ਟਾਈਮ 'ਚ ਉਹਨਾਂ ਦਾ ਠੀਕ ਵੀ ਹੋ ਜਾਂਦੀਆਂ, ਫਿਰ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਲੈ ਜਾਂਦੇ ਕਿ? ਕਾਫੀ ਕੇਸ ਇਦਾਂ ਦੇ ਹੁੰਦੇ ਆ। ਦੇਖੋ ਇਹ ਐਕਚੁਅਲ 'ਚ ਕੀ ਹੁੰਦਾ ਨਾ, ਜਿਵੇਂ ਕੋਈ ਹਾਦਸਾ ਹੋਇਆ, ਘਰ 'ਚ ਕੋਈ ਟ੍ਰੈਜਡੀ ਹੋਈ, ਉਹਦੇ ਨਾਲ ਦਿਮਾਗੀ ਸੰਤੁਲਨ ਖਰਾਬ ਹੋ ਗਿਆ, ਘਰੋਂ ਨਿਕਲੇ ਫਿਰ ਉਹ ਅੱਗੇ ਅੱਗੇ ਵੱਧਦੇ ਜਾਂਦੇ ਆ, ਹੈ ਨਾ। ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ, ਘਰ ਦੇ ਲੱਭ ਰਹੇ ਹੁੰਦੇ ਆ। ਜਦੋਂ ਮੰਨ ਲਓ ਹੁਣ ਸਾਨੂੰ ਮਿਲ ਗਏ, ਉਹਨਾਂ ਦਾ ਇਲਾਜ ਹੋਇਆ, ਉਹਨਾਂ ਦੀ ਕਾਉਂਸਲਿੰਗ ਹੋਈ, ਟ੍ਰੀਟਮੈਂਟ ਹੋਇਆ, ਖੁਰਾਕ ਸਹੀ ਮਿਲੀ, ਠੀਕ ਹੋ ਗਏ, ਉਹਨਾਂ ਨੇ ਦੱਸਣਾ ਸ਼ੁਰੂ ਕੀਤਾ, ਫਿਰ ਅਸੀਂ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ। ਉੱਦਾਂ ਦੇ ਬਹੁਤ ਸਾਰੇ ਕੇਸ ਇੱਦਾਂ ਦੇ ਆ ਜਿਹਨਾਂ ਦੀ ਫੈਮਿਲੀ ਉਹਨਾਂ ਨੂੰ ਲੈਣਾ ਚਾਹੁੰਦੀ ਹੁੰਦੀ ਹੈ, ਲੱਭ ਰਹੀ ਹੁੰਦੀ ਹੈ। ਮਤਲਬ ਸਾਡੇ ਕੋਲੇ 40-42 ਕੇਸ ਇੱਦਾਂ ਦੇ ਹੈਗੇ ਆ ਜਿਹੜੀਆਂ ਮਾਵਾਂ ਜਾਂ ਭੈਣਾਂ ਆਪੋ ਆਪਣੇ ਘਰੀਂ ਜਾ ਚੁੱਕੀਆਂ ਜੀ। ਹੁਣ ਇੱਥੇ ਕੁੱਲ ਕਿੰਨੀਆਂ ਮਾਮਾ ਇੱਥੇ? ਹੁਣ ਇਸ ਟਾਈਮ ਤੇ 33 ਹੈ ਜੀ। 33 ਮਾਮਾ। ਹਾਂਜੀ, ਪਰ ਮੇਰਾ ਜਿਹੜਾ ਪਿਛਲੇ 3 ਸਾਲ ਦਾ ਸਫ਼ਰ ਆ ਉਹਦੇ ਵਿੱਚ ਅਸੀਂ 102 ਲੇਡੀਜ਼ ਨੂੰ ਹੁਣ ਤੱਕ ਟੋਟਲ ਡੀਲ ਕੀਤਾ, ਜਿਹਦੇ ਵਿੱਚੋਂ 33 ਤੁਹਾਡੇ 3 ਸਾਲ ਹੋ ਗਏ ਜਾਨੀ ਕਿ ਇੱਥੇ ਤੁਹਾਡੇ ਜਿਹੜਾ ਸੰਸਥਾ ਚਲਾਈ ਨੂੰ। ਜੀ ਜੀ। ਇਹ ਸੰਸਥਾ ਨੂੰ ਫਿਰ ਜਿਹੜੇ ਸਾਡੇ ਕੈਨੇਡਾ ਦੇ ਵਿੱਚ ਦਰਸ਼ਕ ਵੀਰ ਵੇਖ ਰਹੇ ਆ, ਜੇਕਰ ਉਹ ਕੋਈ ਫੰਡ ਜਾਂ ਕਿਵੇਂ ਤੁਸੀਂ ਜੇ ਦਾਨ ਕਰਨਾ ਚਾਹੁੰਦੇ, ਕਿਸ ਤਰੀਕੇ ਨਾਲ? ਦੇਖੋ ਇਹ ਆ, ਜਿਹੜੀ ਤੁਸੀਂ ਕੋਈ ਸੇਵਾ ਕਰਨਾ ਚਾਹੁੰਦੇ ਹੋ ਨਾ, ਉਹ ਤੁਹਾਡੇ ਆਪਣੇ ਮਨ ਦੀ ਖੁਸ਼ੀ ਹੁੰਦੀ ਹੈ, ਤੁਹਾਡੇ ਮਨ ਦੀ ਤਸੱਲੀ ਹੁੰਦੀ ਹੈ। ਜਿੱਦਾਂ ਸਾਡੀਆਂ ਜ਼ਰੂਰਤਾਂ ਉਵੇਂ ਹੀ ਇਹਨਾਂ ਦੀਆਂ ਜ਼ਰੂਰਤਾਂ, ਦਵਾਈ ਇਹਨਾਂ ਦੀ ਜ਼ਰੂਰਤ ਹੈ, ਰਾਸ਼ਨ ਇਹਨਾਂ ਦੀ ਜ਼ਰੂਰਤ ਹੈ, ਠੀਕ ਹੈ, ਕੱਪੜਾ ਇਹਨਾਂ ਦੀ ਜ਼ਰੂਰਤ ਹੈ, ਉਹ ਸਾਰੀਆਂ ਜ਼ਰੂਰਤਾਂ। ਤਾਂ ਉਹ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਦਾ ਫੈਮਿਲੀ ਮੈਂਬਰ ਇੱਥੇ ਹੈਗਾ, ਕਿਸੇ ਨੂੰ ਭੇਜਣਾ ਚਾਹੁੰਦੇ ਆ ਤਾਂ ਕਰ ਸਕਦੇ ਆ, ਕੋਈ ਦਿੱਕਤ ਨਹੀਂ। ਮਾਤਾ ਜੀ ਕੀ ਨਾਮ ਆ ਤੁਹਾਡਾ? ਗੁਰਦੇਵਪੁਰ ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੇ ਦੇ ਇੱਥੇ ਦੇ ਨਹੀਂ, ਧੂਰਕੋਟ ਦੇ। ਧੂਰਕੋਟੋਂ ਤਾਂ ਆ ਗਏ, ਹੁਣ ਤਾਂ ਇੱਥੇ ਹੀ ਰਹਿੰਦੇ ਆ। ਮੋਗੇ ਕਿਹੜੀ ਰੋਡ ਤੇ? ਅੱਜ ਸਾਂਝਾ ਵਾਲੀ ਸੜਕ ਤੇ ਆ। ਸਾਂਝਾ ਵਾਲੀ ਰੋਡ ਤੇ। ਬੱਚੇ ਕਿੰਨੇ ਤੁਹਾਡੇ? ਬੱਚੇ ਮੇਰੇ 3 ਮੁੰਡੇ ਆ। ਮੁੰਡੇ ਕੀ ਕਰਦੇ ਆ? ਕੰਮ ਕਰਦੇ ਕੋਈ? ਕਰਦੇ ਆ ਮਾੜਾ ਮੋਟਾ ਜਿਹਾ, ਵਿਚਾਰੇ ਛੋਟੇ ਛੋਟੇ ਆ। ਛੋਟੇ ਛੋਟੇ। ਤੁਸੀਂ ਇੱਥੇ ਕਿਵੇਂ ਆ ਗਏ? ਇੱਕ ਕੁੜੀ ਆ। ਤੁਸੀਂ ਇੱਥੇ ਮੈਂ ਕਿਹਾ ਕਿਵੇਂ ਆ ਗਏ? ਆ ਸਾਡੇ ਹੀ ਆ ਜੀ ਜੀ। ਅੱਛਾ ਮੈਂ ਕੌਣ ਆ? ਆਪਦਿਆਂ ਦੇ ਮਗਰ ਹੀ ਆਈਦਾ ਹੁੰਦਾ। ਅੱਛਾ ਮੈਂ ਕੌਣ ਆ? ਤੂੰ ਮੇਰੀ ਕੁੜੀ ਹੋਰ ਹੈਗੀ ਆ ਤੂੰ। ਜੀ ਠੀਕ ਆ, ਮੈਂ ਪਿਆਰ ਕਰਦੀ ਆ। ਤੇ ਹੋਰ ਤੂੰ ਕੱਟ ਕਰਦੀ ਆ ਮੇਰੇ ਨਾਲ। ਠੀਕ ਆ, ਕਿੰਨਾ ਪਿਆਰ ਕਰਦੀ ਆ ਮੈਂ ਤਾਂ? ਬਹੁਤ ਕਰ, ਕਿੰਨਾ? ਬਹੁਤ ਜ਼ਿਆਦਾ। ਕਿੰਨਾ? ਹਾਂ, ਮੈਂ ਤੁਹਾਨੂੰ ਵੇਖ ਕੇ ਹੀ ਫਿਰਦੀ ਆ। ਅੱਛਾ। ਹਾਂ। ਕੀ ਨਾਮ ਆ ਬੀਬੀ ਤੁਹਾਡਾ? ਮੇਰਾ ਨਾਮ ਪ੍ਰਕਾਸ਼ ਕੌਰ ਆ। ਕਿੱਥੋਂ ਦੇ ਰਹਿਣ ਵਾਲੇ ਹੋ? ਹਾਂ, ਇੱਥੇ ਤਾਂ ਮੈਂ ਵਿਆਹੀ ਹੋਈ ਆ, ਬੇਟੇ 2 ਸੀਗੇ। ਜੀ। ਘਰ ਵਾਲਾ ਸੀਗਾ, ਘਰ ਵਾਲਾ ਮੁੱਕ ਗਿਆ, ਫਿਰ ਇਹਦੇ ਭਰਾ ਨੇ ਪਕੜੀ ਇੱਥੇ ਮੈਨੂੰ ਛੱਡ ਕੇ। ਅੱਛਾ, ਬੇਟੇ ਕਿੱਥੇ ਆ? ਬੇਟੇ ਕਿੱਥੇ ਤੁਹਾਡੇ? ਮਰ ਗਏ ਆ ਦੋਨੇ ਪੋਤੇ। ਉਹਦੇ ਇੱਕ ਵੱਡਾ ਮੁੰਡਾ ਵਿਆਹਿਆ ਸੀਗਾ, ਉਹਦੇ ਮੁੰਡਾ ਕੁੜੀ ਹੈਗੇ ਸੀ। ਤੁਹਾਡੀਆਂ ਨੋਹਾਂ ਕਿੱਥੇ? ਨੋਹਾਂ ਨੂੰਹ ਤਾਂ ਇੱਕੋ ਹੀ ਸੀਗੀ ਜੀ। ਇੱਕ ਮੁੰਡਾ ਵਿਆਹਿਆ ਸੀ ਇਹਨਾਂ ਦਾ, ਤਾਂ ਜਦੋਂ ਬੇਟੇ ਦੀ ਡੈਥ ਹੋ ਗਈ ਉਹ ਬੱਚੇ ਲੈ ਕੇ ਚਲੇ ਗਏ।
ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਪਿੰਡ ਆ ਜਿੱਥੋਂ ਦੀ ਵੋਟ 17000 ਹੈਗੀ ਹੈ, ਇਹ ਲੇਡੀ ਉੱਥੋਂ ਨੇ ਬਿਲੋਂਗ ਕਰਦੀ, ਇਹਨਾਂ ਦਾ ਨਾਮ ਸ਼ਿੰਦਰਪਾਲ ਹੈ। ਕੀ ਨਾਮ ਹੈ ਜੀ ਤੁਹਾਡਾ? ਸ਼ਿੰਦਰਪਾਲ। ਸਿੰਦਰਪਾਲ ਜੀ। ਤੇ ਕਿੱਥੋਂ ਰਹਿਣ ਵਾਲੇ ਹੋ? ਕਿੱਥੋਂ ਰਹਿਣ ਵਾਲੇ ਪਤਾ ਪਤਾ ਕੀ ਹੈ ਮਹਾਰਾਜ? ਕੀ ਨਾ ਪਿੰਡ ਦਾ ਨਾਮ ਦੱਸ। ਪੰਡ ਕਿਹੜਾ? ਉੱਤੇ ਕਿਹੜਾ? ਸ਼ਿੰਦਰਦਾਸ ਕਿਹੜਾ ਪਿੰਡ? ਅੱਛਾ ਜੀ ਜੀ ਮਹਾਰਾਜ ਪਿੰਡ ਦੇ ਨਾਲ ਜੀ, ਬਿਲਕੁਲ, ਵੱਡੀ ਬਿਲਕੁਲ। ਵੋਟ ਆ, 17000 ਵੋਟ ਆ। ਜੀ, ਇਹ ਬਚਪਨ ਤੋਂ ਹੀ ਮੰਦਬੁੱਧੀ ਸੀਗੇ। ਪਹਿਲਾਂ ਇਹਨਾਂ ਦੇ ਮਾਂ-ਬਾਪ ਇਹਨਾਂ ਦੀ ਕੇਅਰ ਕਰਦੇ ਸੀ, ਤੇ ਉਹਨਾਂ ਦੀ ਡੈਥ ਹੋ ਗਈ, ਤੇ ਫਿਰ ਇਹਨਾਂ ਦਾ ਬ੍ਰਦਰ ਤੇ ਭਾਬੀ ਸੀ, ਉਹ ਇਹਨਾਂ ਨੂੰ ਛੱਡ ਨਾ ਰਜੇ ਨਾ, ਉਹ ਛੱਡ ਕੇ ਤੇ ਮਤਲਬ ਇਹਨਾਂ ਨੂੰ ਇਕੱਲੇ ਛੱਡ ਕੇ ਚਲੇ ਗਏ। ਤੇ ਪੰਚਾਇਤੀ ਤੌਰ ਤੇ ਜਦੋਂ ਕੁਆਟਰ ਹੁੰਦੇ ਆ ਤੇ ਉੱਥੇ ਹੀ ਬੜੀ ਗੰਦਗੀ ਦੇ ਵਿੱਚ ਰਹਿ ਰਹੇ ਸੀ, ਤੇ ਮਤਲਬ ਹਾਲਾਤਾਂ ਦਾ ਸ਼ਿਕਾਰ ਸੀ। ਮਤਲਬ ਹੁਣ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ ਵੀ ਇਹ ਪਿੰਡ ਦੇ ਕੁਝ ਅੱਛੇ ਲੋਕਾਂ ਦੀ ਪਤਾ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਕਿੱਦਾਂ ਦੀ ਮੱਤ ਬੁੱਧ ਦਿੱਤੀ ਵੀ ਜਿਨ੍ਹਾਂ ਨੂੰ ਜਾਨਵਰ ਤੇ ਇਨਸਾਨ ਦਾ ਫਰਕ ਹੀ ਨਹੀਂ ਪਤਾ, ਤੇ ਉਹਨਾਂ ਦੇ ਬਦੌਲਤ 2 ਵਾਰੀ ਪ੍ਰੈਗਨੈਂਟ ਹੋ ਚੁੱਕੀ ਸੀ। ਮਤਲਬ ਇੰਨੀ ਕਿਹਦੀ ਹਾਲਤ ਖਰਾਬ ਸੀ, ਇਹਨੂੰ ਬਿਲਕੁਲ 17000 ਪਿੰਡ ਦੇ ਵਿੱਚ ਵੋਟ ਹੋਵੇ ਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ 17000 ਵੋਟ ਹੋਣ ਦੇ ਬਾਵਜੂਦ ਵੀ ਜੇਕਰ ਇੱਕ ਵੋਟ ਵੀ 100 ਰੁਪਇਆ ਦਿੰਦੀ ਹੈ ਤਾਂ 17000 ਰੁਪਇਆ ਹੋ ਜਾਂਦਾ ਬਿਲਕੁਲ ਬਿਲਕੁਲ। ਭਾਜੀ ਇੱਕ ਗੱਲ ਹੈ, ਜਿਹੜੇ ਸਾਡਾ ਸਮਾਜ ਆ ਆਪਣੇ ਲੋਕਾਂ ਲਈ ਇੰਨਾ ਕੁ ਚੇਤੰਨ ਹੋਵੇ ਜਾਂ ਇੰਨਾ ਕੁ ਜ਼ਿੰਮੇਵਾਰ ਹੋਵੇ ਤੇ ਇਦਾਂ ਦੇ ਆਸ਼ਰਮਾਂ ਦੀ ਲੋੜ ਪੈਣੀ ਨਹੀਂ ਚਾਹੀਦੀ। ਇੱਕ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋਣੇ ਚਾਹੀਦੇ, ਰਾਈਟ? ਮਤਲਬ ਹਾਂ ਬਹੁਤ ਹੀ ਲੋੜ, ਹੁਣ ਜਦੋਂ ਉਹ ਲੇਡੀ ਦੀ ਆਪਾਂ ਗੱਲ ਕਰਦੇ ਹਾਂ, ਰਾਈਟ, ਉਹਦਾ ਬੇਟਾ ਨਹੀਂ ਹੈ, ਉਹਦਾ ਹਸਬੈਂਡ ਨਹੀਂ ਹੈ, ਉੱਦਾਂ ਦੇ ਲੋਕਾਂ ਨੂੰ ਸ਼ੈਲਟਰ ਦੀ ਜ਼ਰੂਰਤ ਪੈਂਦੀ ਹੈ, ਠੀਕ ਹੈ। ਪਰ ਜਿੱਦਾਂ ਹੁਣ ਇਹ ਸੀ, ਇਹ ਤਾਂ ਬਚਪਨ ਤੇ ਸੀ ਨਾ, ਤੇ ਪਿੰਡ ਦੀ ਕੁੜੀ ਆ ਜੀ, ਪਿੰਡ ਦੀ, ਠੀਕ ਹੈ, ਤੇ ਪਿੰਡ ਦੀ ਕੁੜੀ ਲਈ ਤਾਂ ਪਿੰਡ ਦੇ ਲੋਕਾਂ ਦਾ ਕੁਝ ਫਰਜ਼ ਬਣਦਾ ਨਾ। ਤੁਹਾਨੂੰ ਪਿੰਡ ਵਾਲਿਆਂ ਨੇ ਦੱਸਿਆ ਵੀ ਇਸ ਨੂੰ 2 ਵਾਰ ਪ੍ਰੈਗਨੈਂਟ ਕੀਤਾ ਗਿਆ? ਬਿਲਕੁਲ ਜੀ, ਬਿਲਕੁਲ ਔਨ ਰਿਕਾਰਡ ਮੇਰੇ ਕੋਲ ਹੈ ਇਹ ਸਭ ਕੁਝ। ਮਤਲਬ ਜਿਹੜੇ ਲੋਕਾਂ ਨੇ ਆਪਣੀ ਸਟੇਟਮੈਂਟ ਦਿੱਤੀ ਉਹਨਾਂ ਨੇ ਦੱਸਿਆ। ਤਾਂ ਹੁਣ ਜਦੋਂ ਰਾਤ ਬਰਾਤੇ ਵਿਚਾਰੀ ਦੇ ਨਾਲ ਕੋਈ ਹੈ ਹੀ ਨਹੀਂ ਹੈਗਾ, ਖੁੱਲਾ ਘਰ ਆ, ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਨਾ। ਤੇ ਇਹਦਾ ਤੁਸੀਂ ਵੈਸੇ ਵੀ ਜ਼ਮਾਨੇ 'ਚ ਤੁਸੀਂ ਦੇਖ ਲੈਂਦੇ ਹੋ, ਕਿਸੇ ਬੱਸ ਸਟੈਂਡ ਤੇ ਕੋਈ ਲੇਡੀ ਹੈ, ਕੋਈ ਰਿਕਸ਼ੇ ਵਾਲੇ ਜਾਂ ਕੋਈ ਹੋਰ ਆ, ਤਾਂ ਮਤਲਬ ਉਹ ਨਹੀਂ ਲਿਹਾਜ਼ ਕਰਦੇ ਕਿਸੇ ਦੇ ਨਾਲ। ਜੀ, ਜਿਹਨਾਂ ਨੂੰ ਆਪਾਂ ਲੋਕਾਂ ਨੂੰ ਬਘਿਆੜ ਹੀ ਕਹਾਂਗੇ ਪੰਜਾਬੀ ਸ਼ਬਦ। ਬਿਲਕੁਲ ਜੀ, ਬਿਲਕੁਲ। ਉਹ ਇਨਸਾਨੀ ਰੂਪ ਦੇ ਵਿੱਚ ਬਘਿਆੜਾਂ ਤੋਂ ਵੀ ਬੁਰੇ ਆ। ਬਘਿਆੜ ਵੀ ਸ਼ਾਇਦ ਆਪਣੀ ਜਿਹੜੀ ਕਮਿਊਨਿਟੀ ਉਹਦੇ ਕਿਸੇ ਪਰਸਨ ਨੂੰ ਮਤਲਬ ਉੱਦਾਂ ਦੇ ਆਪਣੇ ਜਾਨਵਰ ਨੂੰ ਕਿਸੇ ਨੂੰ ਬਖਸ਼ ਦੇਣ, ਤੇ ਆਪਣੇ ਲੋਕ ਤਾਂ ਬਿਲਕੁਲ ਹੀ ਸੋਚਦੇ ਸਮਝਦੇ। ਕੁਝ ਡਿਟੇਲ ਕੁਝ ਪਤਾ ਹੋਵੇ? ਡਿਟੇਲ ਮਤਲਬ ਇਹ ਪਤਾ ਵੀ ਇਹ ਕਿਹਨਾਂ ਦੀ ਬੇਟੀ ਆ ਜਾਂ ਇਹਦਾ ਪਰਿਵਾਰ ਕੌਣ, ਪਰ ਜਿਹੜੇ ਦੇ ਭਰਾ ਭਰਜਾਈ ਸੋ ਉੱਥੋਂ ਛੱਡ ਕੇ ਕਿਤੇ ਜਾ ਚੁੱਕੇ ਆ, ਕਿਉਂਕਿ ਉਹਨਾਂ ਦੀ ਕੋਈ ਜਾਇਦਾਦ ਵਗੈਰਾ ਉੱਥੇ ਕੁਝ ਹੈ ਨਹੀਂ ਸੀ। ਤੇ ਮਤਲਬ ਮੋਸਟਲੀ ਇਹ ਹੁੰਦਾ ਵੀ ਜਿਹੜੇ ਥੋੜਾ ਜਿਹਾ ਹੈਂਡ ਟੂ ਮਾਊਥ ਲੋਕ ਹੁੰਦੇ ਆ ਨਾ, ਉਹ ਆਪਣੀ ਜ਼ਿੰਮੇਵਾਰੀਆਂ ਤੋਂ ਜ਼ਿਆਦਾ ਭੱਜਦੇ ਆ। ਉਹਨਾਂ ਨੂੰ ਲੱਗਦਾ ਵੀ ਛੱਡ ਕੇ ਜਾਣਾ ਇੱਕ ਹੱਲ ਹੈਗਾ, ਠੀਕ ਹੈ। ਜਿੱਦਾਂ ਹੁਣ ਉਹ ਲੇਡੀ ਹੈਗੀ ਆ ਉੱਧਰ, ਉਹਦਾ ਨਾਮ ਭੋਲਾ ਹੈ ਨਾ, ਉਹ ਵੀਲ ਚੇਅਰ 'ਤੇ ਆ, ਅਤੇ ਇਹ ਹਾਲੇ ਸਾਡੇ ਕੋਲ 3 ਮਹੀਨੇ ਪਹਿਲਾਂ ਆਈ ਹੈ ਸਰਦੀਆਂ ਦੇ ਵਿੱਚ। ਅਤੇ ਦੇਖੋ ਘਰਦਿਆਂ ਨੇ ਸੰਭਾਲਣ ਦੇ ਚੱਕਰ ਦੇ ਵਿੱਚ ਵੀ ਸਾਨੂੰ ਸੰਭਾਲਣਾ ਨਾ ਪਵੇ, ਉਹ ਗੱਡੀ ਦੇ ਉੱਤੇ ਇਹਨੂੰ ਜਲੰਧਰ ਦੇ ਇੱਕ ਇੰਡਸਟਰੀਅਲ ਏਰੀਆ ਦੇ ਵਿੱਚ ਲਾ ਕੇ ਚਲੇ ਗਏ। ਮਤਲਬ ਉਸ ਆਲੇ ਦੁਆਲੇ ਦੇ ਲੋਕਾਂ ਨੇ ਸਾਨੂੰ ਇਹਦੇ ਬਾਰੇ 'ਚ ਇਨਫੋਰਮ ਕੀਤਾ, ਠੀਕ ਹੈ। ਫਿਰ ਅਸੀਂ ਇਹਨੂੰ ਲੈ ਕੇ, ਔਰ ਇਹ ਸੋਚੋ ਵੀ ਕਿੰਨਾ ਹੌਸਲਾ ਉਹਨਾਂ ਨੇ ਕੱਢਿਆ ਹੋਏਗਾ ਵੀ ਸਰਦੀਆਂ ਦੇ ਵਿੱਚ ਇਹਨੂੰ ਰੋਡ ਦੇ ਉੱਤੇ ਖਾਲੀ ਪਲਾਟ ਦੇ ਵਿੱਚ ਛੱਡ ਕੇ ਚਲੇ ਗਏ, ਠੀਕ ਹੈ। ਤੇ ਇਹ ਹਾਲਾਤ ਦੀ ਆਪਣੀ ਮਰਜ਼ੀ ਨਾਲ ਤਾਂ ਹੈ ਨਹੀਂ, ਤੇ ਕੱਲ ਨੂੰ ਇਹ ਉਹਨਾਂ ਦੇ ਵੀ ਹੋ ਸਕਦੇ ਆ, ਠੀਕ ਹੈ। ਇਹਨੂੰ ਤਾਂ ਸ਼ਾਇਦ ਇਹ ਆਸ਼ਰਮ ਮਿਲ ਗਿਆ, ਉਹਨਾਂ ਨੂੰ ਤਾਂ ਸ਼ਾਇਦ ਉਹ ਆਸ਼ਰਮ ਨਾ ਮਿਲੇ, ਠੀਕ ਹੈ ਨਾ। ਜੋ ਬੀਜਣਾ ਉਹੀ ਵੱਢਣਾ। ਹਾਂਜੀ ਭੈਣ ਜੀ, ਜੀ ਇਹ ਭੈਣ ਜੀ ਬਾਰੇ ਇਹ ਇਹਨਾਂ ਦਾ ਨਾਮ ਸੋਨੀਆ ਜੀ, ਇਹ ਦੁਰਾਹੇ ਤੋਂ ਆ। ਸੋਨੀਆ ਜੀ, ਤੁਹਾਡਾ ਨਾਮ ਸੋਨੀਆ ਜੀ? ਹਾਂਜੀ, ਘਰੇ ਜਾਣਾ ਚਾਹੁੰਦੀ ਹਾਂ। ਘਰੇ ਜਾਣਾ ਚਾਹੁੰਦੇ? ਇੱਥੇ ਮੰਨੇ ਕੱਲ ਆਏਗਾ ਤਾਂ ਇਹਦਾ ਬੇਟਾ ਹੈ ਨਾ? ਹਾਂਜੀ, ਕੱਲ ਆਏਗਾ ਨਾ ਲਵਲੀ? ਨਹੀਂ, ਤੁਸੀਂ ਜਦੋਂ ਫੋਨ ਕਰੋਗੇ ਤੇ ਮੈਂ ਕੱਲ ਫੋਨ ਕਰੂੰਗੀ, ਫਿਰ ਕੱਲ ਆ ਜਾਏਗਾ ਉਹ, ਜਿਹਦੇ ਨਾਲ ਲੈ ਕੇ ਜਾਓ। ਠੀਕ। ਅੱਛਾ ਸੋਨੀਆ ਠੀਕ ਆ ਹੁਣ? ਹਾਂਜੀ, ਪਹਿਲਾਂ ਕਿੱਦਾਂ ਸੀ? ਪਹਿਲਾਂ ਠੀਕ ਨਹੀਂ ਸੀ। ਕੀ ਹੋਇਆ ਸੀ? ਵੈਸੇ ਹੀ ਫਿਕਰ ਕਰਦੀ ਰਹਿੰਦੀ ਸੀਗੀ, ਮਕਾਨ ਮੇਰੇ ਚਾਚੇ ਮੁੰਡਾ ਵੇਚ ਨਾ ਜਾਵੇ, ਵੇਚਣਾ। ਅੱਛਾ ਇਕੱਲੀ ਰਹਿੰਦੀ ਸੀ, ਉਹ ਧਾਂਦੀ ਰੋਡ 1 ਲੱਖ ਪਿਓ ਪੂਰਾ ਕਹਿੰਦੇ 1,25,000 ਰੁਪਏ ਦੇਤਾ ਸੀਗਾ। ਅੱਛਾ। ਤੇ ਉਹ ਕਹਿੰਦਾ ਵੀ ਮਕਾਨ ਮੇਰੇ ਚਾਚੇ ਤਾਂ ਇਹ ਸਾਰੇ ਹੈਗੇ, ਮੈਂ ਨਹੀਂ ਲੈ ਕੇ ਜਾਣੀ, ਮੈਂ ਨਹੀਂ ਲੈ। ਉਹ ਤਾਂ ਠੀਕ ਆ, ਪਰ ਤੇਰੀ ਹਾਲਤ ਖਰਾਬ ਕਿਉਂ ਹੋਈ ਸੀ? ਫਿਕਰ ਕਰਦੀ ਸੀ ਕਿਸ ਚੀਜ਼ ਦਾ? ਮਕਾਨ ਦਾ। ਅੱਛਾ ਫਿਰ ਚਾਚੇ ਤਾਂ ਸਾਰੇ ਇਕੱਠੇ ਕਹਿੰਦੇ ਇਹਦਾ ਸਾਰਾ ਫਿਰ ਮੇਰੇ ਕੋਲ ਕਿਵੇਂ ਆਈ? ਹਾਂਜੀ, ਮੇਰੇ ਕੋਲ ਕਿਵੇਂ ਆਈ? ਤੁਸੀਂ ਲੈ ਕੇ ਆਏ ਸੀ। ਮੈਂ ਲੈ ਕੇ ਆਈ ਸੀ। ਫਿਰ ਤੂੰ ਮੇਰੇ ਨਾਲ ਕੀ ਕੀਤਾ ਸੀ? ਹਾਂਜੀ, ਮੇਰੇ ਨਾਲ ਕੀ ਕੀਤਾ ਸੀ? ਕੁਛ ਨਹੀਂ, ਮੇਰੇ ਮਕਾਨ ਤੱਕ ਆ ਗਈ, ਕੋਈ ਡੈਡੀ ਲਿਖਾ ਗਿਆ ਸੀਗਾ। ਮੈਂ ਤੈਨੂੰ ਲੈਣ ਗਈ ਸੀ ਉਦੋਂ ਤੂੰ ਮੇਰੇ ਨਾਲ ਕੀ ਕੀਤਾ ਸੀ? ਹਾਂਜੀ, ਮੈਨੂੰ ਕੀ ਕੀਤਾ? ਅੱਗੋਂ ਨਹੀਂ, ਸੌਰੀ, ਹੈ ਨੂੰਦਰ ਲੱਗ ਕੀ ਕੀਤਾ ਸੀ? ਹਾਂਜੀ, ਨੂੰਦਰ ਲੱਗ। ਹਾਂ, ਨੂੰਦਰ ਨਹੀਂ ਸੀ ਲੱਗੀ, ਦੰਦੀ ਵੱਡੀ ਸੀ। ਨਹੀਂ ਮੈਡਮ, ਹਾਂ, ਦੰਦੀ ਵੱਡੀ ਸੀ, ਏਡੀ ਵੱਡੀ ਨੂੰਦਰ ਲੱਗ ਗਏ ਸੀ। ਇਹ ਜਿਵੇਂ ਦੱਸ ਰਹੇ ਵੀ ਮਤਲਬ ਮਕਾਨ ਦਾ ਮਕਾਨ ਮਕਾਨ ਦਾ ਕੀ ਰੌਲਾ ਇਹਨਾਂ ਮਕਾਨ? ਇਹ ਐਕਚੁਅਲ ਦੇ ਵਿੱਚ ਇਹਦੇ ਪੇਰੈਂਟਸ ਦੀ ਡੈਥ ਹੋ ਚੁੱਕੀ ਹੈ, ਇਕੱਲੀ ਹੋਈ ਲੜਕੀ ਹੈ, ਦਾ ਕੋਈ ਬ੍ਰਦਰ ਸਿਸਟਰ ਨਹੀਂ ਹੈਗਾ। ਤਾਂ ਉਹ ਨਾ ਇੱਕ ਇਨਸਿਕਿਉਰਿਟੀ ਨਹੀਂ ਹੋ ਜਾਂਦੀ ਥੋੜੀ, ਤਾਂ ਮਤਲਬ ਇਹ ਜਦੋਂ ਸਟੱਡੀ ਕਰਦੀ ਸੀ ਉਦੋਂ ਹੀ ਮਤਲਬ ਥੋੜੀ ਇਹਨੂੰ ਮੈਂਟਲੀ ਪ੍ਰੋਬਲਮ ਹੋਈ। ਉਹਦੇ ਬਾਅਦ ਇਹਦੇ ਮਨ 'ਚ ਇੰਨੀ ਕਿ ਇਨਸਿਕਿਉਰਿਟੀ ਹੋ ਗਈ, ਮਤਲਬ ਇਹ ਹਰ ਬੰਦੇ ਤੋਂ ਡਰਨ ਲੱਗ ਗਈ ਵੀ ਸ਼ਾਇਦ ਇਹਦੇ ਫਾਦਰ ਦੀ ਇਹਨੂੰ ਕੋਈ ਪੈਨਸ਼ਨ ਲੱਗੀ ਹੋਈ ਹੈ,
ਰਾਈਟ। ਇਹ ਸਾਡੇ ਕੋਲੇ ਪਿਛਲੇ 1 ਸਾਲ ਤੋਂ ਹਾਂਜੀ ਠੀਕ ਹੈ। ਤੇ ਇਹ ਇਕੱਲੀ ਰਹਿੰਦੀ ਸੀ। ਇਕੱਲਾਪਣ ਵੀ ਆਪਣੇ ਆਪ 'ਚ ਇੱਕ ਬਿਮਾਰੀ ਹੁੰਦਾ ਹੈ ਨਾ, ਬੰਦਾ ਸਾਈਕੋ ਹੋ ਜਾਂਦਾ ਜੀ। ਤਾਂ ਉਹ ਇਨਸਿਕਿਉਰਿਟੀ ਦੀ ਵਜ੍ਹਾ ਕਰਕੇ ਕਿਸੇ ਨਾਲ ਗੱਲ ਹੀ ਨਹੀਂ ਸੀ ਕਰ ਪਾਉਂਦੀ। ਉੱਪਰੋਂ ਲੋਕਡਾਊਨ ਹੋ ਗਿਆ ਤੇ ਖਾਣਾ ਬਾਹਰੋਂ ਨਹੀਂ ਸੀ ਮਿਲਦਾ। ਇਹਦੀ ਆਪਣੀ ਹਾਲਤ ਇਦਾਂ ਨਹੀਂ ਸੀ ਬਣਾਵੇ। ਇਹ ਸਾਰਾ ਦਿਨ ਚਾਹ ਹੀ ਪੀਂਦੀ ਰਹਿੰਦੀ ਜਾਂ ਗਲੀਆਂ 'ਚ ਘੁੰਮਦੀ ਰਹਿੰਦੀ ਸੀ। ਤਾਂ ਮਹੱਲੇ ਵਾਲਿਆਂ ਨੇ ਫਿਰ ਸਾਨੂੰ ਇਹਦੇ ਬਾਰੇ ਕਿਹੜੇ ਪਿੰਡ ਤੋਂ ਜੀ? ਦਰਾਹੇ ਤੋਂ ਜੀ। ਦਰਾਹੇ ਤੋਂ ਜੀ ਜੀ। ਪਰ ਹੁਣ ਤਾਂ ਬਹੁਤ ਠੀਕ ਆ ਜੀ। ਹੈ ਨਾ। ਮੈਨੂੰ ਸੂਟ ਲੈ ਕੇ ਦੇਣਾ? ਮੈਂ ਲੈ ਕੇ ਦਊਂਗੀ, ਕਿਹੜੇ ਰੰਗ ਦਾ? ਜਿਹੜੇ ਮਰਜ਼ੀ ਰੰਗ ਲੈ ਲਿਓ। ਨਹੀਂ ਤੂੰ ਦੱਸ ਕਿਹੜੇ ਰੰਗ ਦਾ? ਨੀਲਾ ਲੈ ਲਿਓ, ਜਿਹੜਾ ਮਰਜ਼ੀ ਲੈ, ਇਦਾਂ ਦਾ ਰੰਗ ਲੈ ਲਿਓ ਭਾਵੇਂ। ਅੱਛਾ ਕਿੰਨੇ ਦਾ ਲੈ ਕੇ ਦੇਣਾ? 1000 ਰੁਪਏ ਦਾ। ਪੱਕਾ? ਪੱਕਾ ਸਰੀ ਨਾ। ਨਹੀਂ ਮੁੱਕੇ ਹੈਂ? ਨਹੀਂ। ਕੱਲ ਲਵਲੀ ਆਣਾ ਚਾਹੀਦਾ ਫਿਰ। ਹਾਂ ਲਵਲੀ ਆ ਜਾਏਗਾ। ਲਵਲੀ ਕੌਣ ਹੈ ਜੀ? ਲਵਲੀ ਤਾਇਆ ਜੀ ਦਾ ਬੇਟਾ, ਜਿਹਦੀ ਵਜ੍ਹਾ ਜਿਨ੍ਹਾਂ ਨੇ ਮਤਲਬ ਐਫਰਟ ਕੀਤੀ। ਉਹ ਰਹਿੰਦਾ ਲੁਧਿਆਣੇ ਆ, ਪਰ ਉਹ ਇਹਦੀ ਫਿਕਰ ਕਰਦਾ ਸੀ। ਇਹਨੂੰ ਲੱਗਦਾ ਸੀ ਵੀ ਇਹਦਾ ਇਲਾਜ ਹੋਣਾ ਚਾਹੀਦਾ ਤੇ ਇਹ ਆਪਣੀ ਮਤਲਬ ਜ਼ਿੰਦਗੀ ਨੂੰ ਜਿਹੜੀ ਖੁਦ ਹੈਂਡਲ ਕਰਨ ਦੇ ਯੋਗ ਬਣ ਜੇ। ਜੀ ਜੀ ਆਉਂਦਾ ਰਹਿੰਦਾ ਉਹ, ਮਿਲਦਾ ਇਹਨੂੰ, ਪਰ ਇਹ ਉਹਨੂੰ ਗਾਲਾਂ ਕੱਢਦੀ ਆ। ਇਹਨੂੰ ਲੱਗਦਾ ਸ਼ਾਇਦ ਉਹਦੇ ਮਕਾਨ ਤੇ ਉਹ ਕਬਜ਼ਾ ਨਾ ਕਰ ਲੇ। ਜੀ। ਜੇਕਰ ਦੇਖਿਆ ਜਾਵੇ ਜਿਵੇਂ ਤੁਸੀਂ ਕਿਹਾ ਇਹਨਾਂ ਨੇ ਤੁਹਾਨੂੰ ਇੱਥੇ ਦੰਦੀ ਵੀ ਵੱਢਦੇ ਸੀਗੇ ਕਈ ਵਾਰੀ। ਗੱਲ ਲੱਗਦੀ ਮੈਂ ਤਾਂ ਮੇਰੀ ਮੰਮੀ ਹੈ, ਅੱਛੀ ਹੈ ਲੜਕੀ। ਨਹੀਂ ਜਿਵੇਂ ਦੰਦੀ ਵੱਢਦੀ ਸੀ ਜੀ। ਕਈ ਵਾਰੀ ਕੋਈ ਹੋਰ, ਕਿਉਂਕਿ ਇਹ ਬੜੀ ਨਿਮਰਤਾ ਰੱਖਣੀ ਪੈਂਦੀ। ਇਹਨਾਂ ਤੇ ਨਾ ਤੁਸੀਂ ਕੋਈ ਸ਼ਿਕਵਾ ਨਹੀਂ ਕਰ ਸਕਦੇ, ਤੁਸੀਂ ਕੋਈ ਕੰਪਲੇਂਟ ਨਹੀਂ ਕਰ ਸਕਦੇ, ਕਿਉਂਕਿ ਇਹ ਤਾਂ ਖੁਦ ਹੀ ਆਪਣੀ ਅਵਸਥਾ 'ਚ ਨਹੀਂ ਹੈ ਨਾ। ਆਪਾਂ ਗੁੱਸਾ ਗਿਲਾ ਕਰਾਂਗੇ ਜਿਹੜੇ ਨਾਰਮਲ ਬੰਦੇ ਆ ਉਹਨਾਂ ਦੇ ਨਾਲ। ਇਹਨਾਂ ਦੇ ਤਾਂ ਖੁਦ ਹੀ ਮਤਲਬ ਰੱਬ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਤੇ ਇਹਨਾਂ ਦਾ ਗੁੱਸਾ ਗਿਲਾ ਕਿਸ ਚੀਜ਼ ਦਾ? ਉਹ ਤਕਲੀਫ ਹੁੰਦੀ ਆ, ਥੋੜੀ ਦੇਰ ਲਈ ਹੁੰਦੀ ਆ। ਅਕਸਰ ਹੀ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ। ਹੁਣ ਵੀ ਥੋੜੇ ਦਿਨ ਪਹਿਲਾਂ ਮੈਂ ਖੜੀ ਹੋਈ ਸੀ ਤੇ ਇੱਕ ਨੂੰ ਕੋਈ ਪੈਨਿਕ ਅਟੈਕ ਆਇਆ। ਉਹਨੇ ਮੈਨੂੰ ਧੱਕਾ ਮਾਰਿਆ, ਮੈਂ ਉਹ ਗਮਲੇ ਦੇ ਉੱਤੇ ਜਾ ਕੇ ਡਿੱਗੀ। ਠੀਕ ਹੈ, ਮਤਲਬ ਕਮਰ ਤੇ ਸੱਟ ਲੱਗੀ ਤੇ ਪਰ ਠੀਕ ਹੈ, ਜ਼ਿੰਦਗੀ 'ਚ ਚੱਲਦਾ ਹੈ। ਜਿਸ 'ਚ ਕੀ ਹੈ ਜੀ ਠੀਕ ਹੈ ਨਾ। ਜੇ ਹੁਣ ਇਹ ਤਾਂ ਥੋੜਾ ਬਹੁਤਾ ਅਪ ਡਾਊਨ ਤਾਂ ਨਾਰਮਲ ਜ਼ਿੰਦਗੀ 'ਚ ਵੀ ਚੱਲਦਾ ਤੇ ਇਹਨਾਂ ਦੇ ਨਾਲ ਵਿਚਾਰਿਆਂ ਦੇ ਨਾਲ ਤਾਂ ਕੋਈ ਹੈ ਹੀ ਨਹੀਂ ਇਦਾਂ ਦੀ ਗੱਲ। ਜੀ ਕਦੇ ਰਾਤ ਨੂੰ ਕੋਈ ਇਹਨਾਂ ਨੇ ਪਰੇਸ਼ਾਨ ਜਾਂ ਇਸ ਤਰੀਕੇ ਨਾਲ ਕਈ ਵਾਰ ਰਾਤ ਨੂੰ ਜਦੋਂ ਇਹ ਆਉਂਦੇ ਆ ਨਾ ਮੈਂਟਲੀ ਪਰੇਸ਼ਾਨ ਹੁੰਦੇ ਆ, ਕਿਉਂਕਿ ਉਦੋਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਸੁੱਤੇ ਨਹੀਂ ਹੁੰਦੇ ਹੈ ਨਾ। ਉਦੋਂ ਇਹਨਾਂ ਦੀ ਅਵਸਥਾ ਇਦਾਂ ਦੀ ਹੁੰਦੀ ਆ। ਪਰ ਪਰਮਾਤਮਾ ਦੀ ਮਿਹਰ ਦੇ ਨਾਲ ਸ਼ਾਇਦ ਇਸ ਜਗ੍ਹਾ ਦੇ ਵਿੱਚ ਐਡੀ ਕੋਈ ਸਪਿਰਚੁਅਲ ਪਾਵਰ ਹੈਗੀ ਹੈ ਵੀ ਇਸ ਗੇਟ ਦੇ ਅੰਦਰ ਆਉਣ ਸਾਰੇ ਇਹਨਾਂ ਨੂੰ ਇਹ ਇੱਕ ਆਪਣਾ ਭਾਵ ਲੱਗਦਾ। ਇਹਨਾਂ ਨੂੰ ਇੱਕ ਫੇਦ ਹੋ ਜਾਂਦਾ ਸੀ ਸੇਫ ਆ। ਠੀਕ ਹੋ, ਇੱਕ ਅੱਧੀ ਰਾਤ ਪ੍ਰੋਬਲਮ ਆਉਂਦੀ ਹੈ, ਅਦਰਵਾਈਜ਼ ਕੋਈ ਜ਼ਿਆਦਾ ਨਹੀਂ ਆਉਂਦੀ। ਕਦੇ ਕੋਈ ਐਸੀ ਰਾਤ ਹੋਵੇ ਜਿਹੜੇ ਤੁਹਾਨੂੰ ਵੀ ਕੋਲੇ ਬੈਠ ਕੇ ਪੂਰੀ ਰਾਤ ਜਾਗ ਕੇ ਗੁਜ਼ਾਰਨੀ ਪਈ ਹੋਵੇ? ਕਈ ਵਾਰੀ ਹੋ ਚੁੱਕਿਆ ਜੀ, ਕਈ ਵਾਰੀ ਹੋ ਚੁੱਕਿਆ। ਉਹ ਤਾਂ ਨਾਰਮਲ ਜ਼ਿੰਦਗੀ 'ਚ ਵੀ ਹੁੰਦਾ। ਆਪਾਂ ਫੈਮਿਲੀ ਲਈ ਵੀ ਬੜੇ ਵਾਰੀ ਜਾਗੇ ਹੋਵਾਂਗੇ ਤੇ ਇਹ ਵੀ ਤਾਂ ਮੇਰੀ ਫੈਮਿਲੀ ਆ, ਫਿਰ ਜਾਗਣਾ ਹੀ ਪਏਗਾ ਜੀ। ਠੀਕ ਹੈ ਨਾ। ਪਰ ਮੈਨੂੰ ਇਹ ਕਰਦੇ ਹੋਏ ਕਦੇ ਕੋਈ ਤਕਲੀਫ ਨਹੀਂ ਹੋਈ। ਮਤਲਬ ਕਦੇ ਲੱਗਿਆ ਹੋਵੇ ਮੈਨੂੰ ਮੈਂ ਹੈਡਿਕ ਲੈ ਲਈ ਆ ਜਾਂ ਮੈਂ ਪਤਾ ਨਹੀਂ ਕੀ ਕਰ ਲਿਆ, ਇਦਾਂ ਦਾ ਕਦੇ ਨਹੀਂ ਲੱਗਿਆ। ਮੈਨੂੰ ਲੱਗਦਾ ਮੈਂ ਨਾਰਮਲ ਲੋਕਾਂ ਨੂੰ ਸ਼ਾਇਦ ਹੈਂਡਲ ਨਹੀਂ ਕਰ ਸਕਦੀ, ਇਹਨਾਂ ਨੂੰ ਬੜੇ ਪਿਆਰ ਨਾਲ ਕਰ ਸਕਦੀ ਹਾਂ। ਜੀ ਜੀ ਇਹ ਉਹੀ ਭੋਲਾਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਜਿਹਦੀ ਫੈਮਿਲੀ ਇੰਡਸਟਰੀਅਲ ਏਰੀਆ ਦੇ ਵਿੱਚ ਜਲੰਧਰ ਇਹਨਾਂ ਨੂੰ ਛੱਡ ਗਈ ਸੀ। ਭੋਲਾਂ ਤੇਰਾ ਪਿੰਡ ਕਿੱਥੇ ਆ? ਖੇੜਾ। ਖੇੜਾ ਕਿੱਥੇ ਆ? ਖੇੜਾ ਲਾਗੇ ਹੀ ਆ। ਖੇੜਾ ਕਿਹਦੇ ਲਾਗੇ ਆ? ਖੇੜਾ। ਅੱਛਾ ਕਿਹਦੇ ਲਾਗੇ ਆ ਖੇੜਾ? ਉਹ ਲਾਗੇ ਹੀ ਆ। ਅੱਛਾ ਤੇਰੇ ਡੈਡੀ ਦਾ ਨਾਂ ਕੀ ਆ? ਕਿਸ਼ਨ। ਤੇ ਹੋਰ ਕੌਣ ਆ ਘਰੇ? ਵੀਰ ਭਾਈ। ਵੀਰ ਭਾਈ। ਹਾਂ। ਉਹਨਾਂ ਦਾ ਨਾਂ ਕੀ ਆ? ਵੀਰ। ਹਾਂ। ਅੱਛਾ ਉਹਦਾ ਨਾਂ ਕੀ ਆ? ਵੀਰ ਭਾਈ। ਉਹ ਸਾਡੇ ਕੀ ਗਿਆ ਸੀ। ਅੱਛਾ ਨਹੀਂ ਕੁਝ ਨਹੀਂ, ਜ਼ਿਆਦਾ ਨਹੀਂ ਇਹਨਾਂ ਦੇ ਬਾਰੇ ਪਤਾ, ਮਤਲਬ ਕੋਸ਼ਿਸ਼ ਕਰਦੇ ਹਾਂ ਪਰ ਕੁਝ ਪਤਾ ਨਹੀਂ ਲੱਗਿਆ। ਇਹ ਸਰਦੀਆਂ 'ਚ ਆਏ ਸੀ, ਸਟਾਰਟਿੰਗ ਆਫ ਸਰਦੀਆਂ। ਇਹ ਫਿਰ ਤੁਸੀਂ ਤੁਹਾਨੂੰ ਫੋਨ ਕਾਲ ਤੇ ਜਿਵੇਂ ਅੱਗੇ ਹਾਂ ਜਿੱਦਾਂ ਪਤਾ ਲੱਗਿਆ ਵੀ ਹੁਣ ਇਹ ਮਤਲਬ ਖਾਲੀ ਏਰੀਆ ਦੇ ਵਿੱਚ, ਖਾਲੀ ਪਲਾਟ ਦੇ ਵਿੱਚ ਇਹਨਾਂ ਨੂੰ ਛੱਡ ਦਿੱਤਾ ਤੇ ਹੁਣ ਰਾਤ ਨੂੰ ਇਹਦੇ ਨਾਲ ਕੀ ਹੋਏਗਾ। ਤੇ ਤਾਂ ਇਹਦੀ ਲੋਅਰ ਬਾਡੀ ਬਿਲਕੁਲ ਹੀ ਡੈਮੇਜ ਹੈ, ਵੀਲ ਚੇਅਰ ਤੇ ਹੈ ਨਾ। ਮਤਲਬ ਇਹ ਟਾਇਲਟ ਬਾਥਰੂਮ ਨਹੀਂ ਜਾ ਸਕਦੇ। ਵੀਲ ਚੇਅਰ ਤੇ ਛੱਡੀ ਗਈ ਸੀ ਜਾਂ ਨਾ ਉਦਾਂ ਹੀ ਸੀ। ਉਹ ਤਾਂ ਅਸੀਂ ਲੈ ਕੇ ਆਏ ਨਾ ਚੱਕ ਕੇ। ਜੀ ਇਦਾਂ ਦੇ ਲੋਕ ਵੀ ਮੋਟੀ ਇਹਨਾਂ ਨੂੰ ਯਾਦ ਆ ਰਿਹਾ ਕਿ ਕਰੇ ਨਹੀਂ ਮੈਂਟਲੀ ਹਾਲਤ ਵੀ ਉਦਾਂ ਦੀ ਥੋੜਾ ਬਹੁਤਾ ਯਾਦ ਹੈ। ਪਿੰਡ ਦਾ ਨਾਂ ਲੈਂਦੀ ਹੈ ਖੇੜਾ। ਹੁਣ ਇੱਕ ਪਤਾ ਨਹੀਂ ਇਹ ਖੇੜਾ ਕਿੱਥੇ ਪੈਂਦਾ। ਮਤਲਬ ਪੰਜਾਬ ਵੀ ਤਾਂ ਕਾਫੀ ਵੱਡਾ ਨਾ। ਜੀ ਪਿੰਡ ਕਿਹੜਾ ਤੁਹਾਡਾ? ਖੇੜਾ। ਕਿਹੜਾ? ਕਿੰਨੇ ਭੈਣ ਭਾਈ ਸੀ ਤੁਸੀਂ? ਦੋ। ਉਹ ਕੀ ਕਰਦੇ ਆ ਪਤਾ ਕੁਛ? ਹਾਂ ਕੀ ਕਰਦੇ ਆ? ਕੀ ਕਰਦੇ ਪਤਾ? ਕੀ ਕਰਦਾ ਭਰਾ? ਵੀਰ ਕੀ ਕਰਦਾ? ਉਹ ਕੰਮ ਕੀ ਕਰਦਾ ਸੀ? ਦੁੱਧ ਫੈਕਟਰੀ। ਹਾਂ ਦੁੱਧ ਫੈਕਟਰੀ। ਠੀਕ ਹੈ। ਡੇਰੀ ਲੱਗਾ ਸੀ। ਅੱਛਾ ਠੀਕ ਹੈ। ਸਵਰਗੀ ਕੁਲਦੀਪ ਮਾਨਕ ਦਾ ਇੱਕ ਗੀਤ ਸੀ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਬਿਨਾ ਜੱਗ ਕੁੱਪ ਹਨੇਰਾ, ਸੁੰਨਾ ਦਿਸਦਾ ਚਾਰ ਸਫੇਰਾ, ਖੋਹ ਲੈਂਦੇ ਟੁੱਕਕਾਂ ਉਹ ਦੁਨੀਆ ਵਾਲਿਓ। ਅੱਜ ਉਹ ਮਾਵਾਂ ਜਿਨ੍ਹਾਂ ਨੇ, ਮੈਂ ਪਹਿਲਾਂ ਵੀ ਦੱਸ ਕੱਢਿਆ ਕਿ ਸੂਰਬੀਰ ਗੁਰੂਆਂ ਪੀਰਾਂ ਤੇ ਯੋਧਿਆਂ ਨੂੰ ਜਨਮ ਦਿੱਤਾ। ਸਮਾਜ ਲਈ, ਜਿਹੜੇ ਸਮਾਜ ਦੇ ਪੜ੍ਹੇ ਲਿਖੇ ਲੋਕ ਆ ਜਾਂ ਜਿਨ੍ਹਾਂ ਦੀਆਂ ਮਾਵਾਂ ਇੱਥੇ, ਉਹਨਾਂ ਲਈ ਵੱਡੇ ਸਵਾਲ ਖੜੇ ਕਰਦਾ ਏ ਮਾਵਾਂ ਦਾ ਆਸ਼ਰਮ। ਜੀ ਇਹਦਾ ਨਾਮ ਰਾਣੋ ਆ। ਵੈਸੇ ਮੇਰੇ ਵੱਲੋਂ ਤਾਂ ਸਾਡੇ ਆਸ਼ਰਮ ਦੀ ਸਰਪੰਚਣੀ ਹੈ, ਬਾਕੀ ਇੱਕ ਹੋਰ ਦੱਸਦੇ ਜੀ। ਸਰਪੰਚ ਨਹੀਂ ਹੋ ਇੱਥੋਂ ਦੇ? ਸਰਪੰਚ ਇਹ ਤਾਂ ਮੈਡਮ ਜੀ ਨੇ ਸਾਨੂੰ ਮਾਣ ਜਦੋਂ ਦਿੱਤਾ ਹੈ ਜੀ। ਜੀ
ਹਾਂਜੀ ਪੂਰਾ ਮੈਨੂੰ ਲੱਗਦਾ ਆਸ਼ਰਮ ਤੁਹਾਡੇ ਸਿਰ ਤੇ ਸਰਪੰਚ ਨੇ ਇੰਨਾ ਵੱਡਾ ਉਹਦਾ ਦਿੱਤਾ ਤੁਹਾਨੂੰ। ਹਾਂਜੀ ਬਹੁਤ ਵੱਡਾ ਦਿੱਤਾ ਜੀ, ਸ਼ਾਇਦ ਇਸ ਕਾਬਲ ਤਾਂ ਨਹੀਂ ਸੀ ਜੀ। ਪਰ ਫਿਰ ਵੀ ਮੈਡਮ ਜੀ ਨੇ ਮੈਨੂੰ ਬਹੁਤ ਮਾਣ ਇੱਜ਼ਤ ਦਿੱਤੀ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਲੁਧਿਆਣੇ ਦੀ ਹਾਂ। ਲੁਧਿਆਣੇ ਦੇ। ਬੱਚੇ ਕਿੰਨੇ ਤੁਹਾਡੇ ਬੱਚੇ? ਇਹਦੀ ਸ਼ਾਦੀ ਨਹੀਂ ਹੋਈ। ਸ਼ਾਦੀ ਨਹੀਂ ਹੋਈ ਜੀ। ਫੈਮਿਲੀ ਮੈਡਮ ਜੀ ਨੇ ਦਿਲ 'ਚ ਤਾਂ ਜਗ੍ਹਾ ਦਿੱਤੀ ਹੈ, ਛੱਤ ਦਿੱਤੀ ਹੈ, ਦਿਲ 'ਚ ਵੀ ਬਹੁਤ ਆਏ ਬਹੁਤ ਜਗ੍ਹਾ ਵਾ ਆਏ ਤੇ ਹਰ ਖੁਸ਼ੀ ਦੇਣ ਦੀ ਮੈਨੂੰ ਪੂਰੀ ਕੋਸ਼ਿਸ਼ ਕਰਦੇ ਆ, ਸਾਰਿਆਂ ਨੂੰ ਦਿੰਦੇ ਆ। ਫੈਮਿਲੀ ਚ ਕੌਣ ਦੇਖੋ ਕੌਣ ਮੈਂ ਹੈ? ਇੱਕ ਚੀਜ਼, ਸੌਰੀ ਮੈਂ ਤੁਹਾਡੀ ਗੱਲ ਨੂੰ ਇੰਟਰਰਪਟ ਕਰ ਰਹੀ ਹਾਂ। ਇੱਕ ਚੀਜ਼ ਦੇਖੋ, ਤੁਸੀਂ ਆਮ ਹੀ ਆਪਦੇ ਆਲੇ ਦੁਆਲੇ ਦੇਖਦੇ ਹੋਵੋਗੇ ਲੋਕਾਂ ਨੂੰ ਵੀ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੁੰਦਾ, ਫਿਰ ਵੀ ਹਾਏ ਰੱਬ ਨੇ ਆਏ ਨਹੀਂ ਕੀਤਾ, ਹਾਏ ਰੱਬ ਨੇ ਸਾਡੇ ਨਾਲ ਹੀ ਇਦਾਂ ਕਿਉਂ। ਇਹ ਲੜਕੀ ਦੀ ਲੋਅਰ ਬਾਡੀ ਡੈਮੇਜ ਆ ਔਰ ਇਹ ਪਹਿਲਾਂ ਤੋਂ ਹੀ ਹੈ ਨਾ, ਮਤਲਬ ਫਿਜ਼ੀਕਲੀ ਵੀਕ ਆ, ਪਰ ਫਿਰ ਵੀ ਇਹਦੀ ਜਿੰਦਾ ਦਿਲ ਦੇਖੋ। ਜੀ ਬਿਲਕੁਲ। ਠੀਕ ਹੈ, ਇਹਨੂੰ ਰੱਬ ਨਾਲ ਕੋਈ ਸ਼ਿਕਾਇਤ ਨਹੀਂ ਹੈਗੀ। ਠੀਕ ਹੈ, ਇਹ ਆਪਣੀ ਜ਼ਿੰਦਗੀ ਨੂੰ ਖਿੜੇ ਮੱਥੇ ਮਤਲਬ ਜੀ ਰਹੀ ਹੈ, ਢੋ ਨਹੀਂ ਰਹੀ, ਟਾਈਮ ਨਹੀਂ ਪਾਸ ਕਰ ਰਹੀ, ਪੂਰੇ ਆਪਣੇ ਮਤਲਬ ਆਪਣੇ ਦਿਲ ਦੀ ਤਮੰਨਾ ਨੂੰ ਖੁਸ਼ੀ ਨਾਲ ਮਤਲਬ ਪੂਰਾ ਜੇ ਹੋਏ ਲੋਕੀ ਰੱਬ ਨਾਲ ਗਲੇ ਕਰੀ ਜਾਂਦੇ। ਬਿਲਕੁਲ ਬਿਲਕੁਲ। ਤੇ ਜੇ ਇਹ ਖੁਸ਼ ਰਹਿ ਸਕਦੀ ਹੈ ਤੇ ਫਿਰ ਆਪਾਂ ਨੂੰ ਤਾਂ ਰੱਬ ਨੇ ਦਾਤਾਂ ਹੀ ਬਹੁਤ ਦਿੱਤੀਆਂ ਹੋਈਆਂ। ਇਹ ਫਿਰ ਕਿਵੇਂ ਮਿਲੇ ਤੁਹਾਨੂੰ ਇਹਨਾਂ ਨੂੰ? ਇਹਨੂੰ ਪੁੱਛੋ ਜੀ, ਦੱਸੇਗੀ ਖੁਦ। ਕਿਵੇਂ ਮਿਲੇ ਇਹਨਾਂ ਨੂੰ? ਮੈਂ ਜੀ ਸਰਕਾਰੀ ਹਸਪੀਟਲ ਇਲਾਜ ਕਰਾਉਣਾ ਸੀ ਜੀ। ਐਕਚੁਅਲ ਦੇ ਵਿੱਚ ਇਹਦੀ ਫੈਮਿਲੀ 'ਚ ਕੋਈ ਨਹੀਂ ਹੈਗਾ, ਇਹਦੇ ਮਦਰ ਫਾਦਰ ਦੀ ਡੈਥ ਹੋ ਗਈ ਤੇ ਇਹ ਖੁਦ ਹੀ ਥੋੜਾ ਬਹੁਤਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਤਾਂ ਮਤਲਬ ਫਿਜ਼ੀਕਲੀ ਪਹਿਲਾਂ ਤੋਂ ਕਮਜ਼ੋਰ ਸੀ। ਫਿਰ ਗੁਰਦੁਆਰਾ ਸਾਹਿਬ ਗਈ, ਉੱਥੇ ਟਾਰ 'ਚ ਪੈਰ ਫਿਸਲ ਗਿਆ, ਡਿੱਗ ਗਈ, ਉਹਦੇ ਨਾਲ ਚੂਲਾ ਕਰੈਕ ਹੋ ਗਿਆ। ਫਿਰ ਮਹੱਲੇ ਵਾਲੇ ਨੇ ਇਹਨੂੰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਤਾ। ਠੀਕ ਹੈ, ਉੱਥੇ ਏਕ ਨੂਰ ਸੇਵਾ ਸੰਸਥਾ ਹੈਗੀ ਆ, ਉਹਨਾਂ ਨੇ ਇਹਦਾ ਇਲਾਜ ਕਰਾਇਆ, ਪਰ ਉਹਦੇ ਬਾਅਦ ਇਹਦੀ ਕੇਅਰ ਕਰਨ ਵਾਲਾ ਕੋਈ ਨਹੀਂ ਸੀ, ਕਿਉਂਕਿ ਘਰ ਤਾਂ ਕੋਈ ਹੈ ਹੀ ਨਹੀਂ ਸੀ ਹੈਗਾ। ਤੇ ਭੈਣਾਂ ਹੈਗੀਆਂ ਪਰ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਮਤਲਬ ਬਾਕੀ ਤੇ ਇਹ ਉਦੋਂ ਤੋਂ ਫਿਰ ਇਹ ਸਾਡੇ ਕੋਲ ਜੇਕਰ ਕਿਸੇ ਨੇ ਰੱਬ ਨਹੀਂ ਵੇਖਿਆ ਤਾਂ ਇੱਕ ਵਾਰ ਇੱਥੇ ਜ਼ਰੂਰ ਆ ਕੇ ਦੇਖ ਲਓ। ਇੱਥੋਂ ਤੁਹਾਨੂੰ ਸ਼ਾਇਦ ਰੱਬ ਦੇ ਦਰਸ਼ਨ ਹੋ ਜਾਣਗੇ, ਜਿੱਥੇ ਹਜ਼ਾਰਾਂ ਮਾਵਾਂ, ਲੋਕੀ ਤਾਂ ਇੱਕ ਮਾਂ ਨੂੰ ਤਰਸ ਜਾਂਦੇ। ਅੱਜ ਇੱਥੇ ਅਸੀਂ ਵੀ ਸੁਹਾਗਾ ਦੇਣਾ ਸਾਡੇ ਲਈ ਇਹ ਕਿ ਅਸੀਂ ਵੀ ਹਜ਼ਾਰਾਂ ਇੱਥੇ ਮਾਵਾਂ ਨੂੰ ਜਿਨ੍ਹਾਂ ਦੇ ਦਰਸ਼ਨ ਕੀਤੇ। ਤਾਂ ਇੱਕ ਵਾਰ ਤੁਸੀਂ ਵੀ ਜਦੋਂ ਲੁਧਿਆਣੇ ਦੇ ਕੋਲ ਆਉਂਦੇ ਆ ਤਾਂ ਲਾਡੋਵਾਲ ਦੇ ਨਾਲ ਹੀ ਇਹ ਜਿਹੜਾ ਮਾਵਾਂ ਦਾ ਆਸ਼ਰਮ ਬਣਿਆ ਹੋਇਆ, ਜਿੱਥੇ ਰੱਬ ਵਸਦਾ। ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਰੱਬ ਨਹੀਂ ਵੇਖਿਆ ਤਾਂ ਅੱਜ ਮੈਂ ਅੱਖੀਂ ਰੱਬ ਵੇਖ ਲਿਆ, ਜਿੱਥੇ ਹਜ਼ਾਰਾਂ ਮਾਵਾਂ ਇੱਥੇ ਬੈਠੀਆਂ ਹੋਈਆਂ ਨੇ।